ਤੁਸੀਂ ਨਿੰਬੂ ਖੜਾਉਣ ਦੀ ਗੱਲ ਕਰਦੇ ਹੋ। ਮੈਂ ਇਹਨਾਂ ਮੁੱਛਾਂ ਤੇ 1 ਅਰਬ 20 ਕਰੋੜ ਮੁਲਕ ਦੀ ਅਣਖ ਚੁੱਕੀ ਹੋਈ ਹੈ। ਇਹ ਮੁੱਛਾਂ ਐਵੇਂ ਨਹੀਂ ਖੜੀਆਂ, ਇਹਨਾਂ ਪਿੱਛੇ ਖੜਿਆ ਹੈ ਪੂੰਜੀਵਾਦ, ਜਾਤੀਵਾਦ, ਧਰਮਵਾਦ। ਇਹਦੇ ਵੱਲੋਂ ਕੁਚਲੇ ਜਾਣ ਦੇ ਬਾਵਜੂਦ ਜਿਉਂਦੇ ਰਹਿਣ ਦਾ ਜਜ਼ਬਾ ਕੁਰਕੀ ਕਰਨ ਆਈ ਬੈਂਕ ਦੀ ਟੀਮ ਨੂੰ ਬੇਰੰਗ ਮੋੜਿਆ ਹੈ ਇਹਨਾਂ ਮੁੱਛਾਂ ਨੇ। ਜਿਨ੍ਹਾਂ ਅੱਖਾਂ ਨੇ ਸੁਪਨੇ ਵੇਖਣੇ ਅਜੇ ਛੱਡੇ ਨਹੀਂ, ਉਹਨਾਂ ਅੱਖਾਂ ਵਿੱਚ ਉਨੀਂਦਰੇ ਦੀ ਲਾਲੀ ਚੜ੍ਹਦੇ ਸੂਰਜ ਦੀ ਲਾਲੀ ਨੂੰ ਸਵਾਲ ਕਰਦੀ ਹੈ, ਰਾਤ ਕਿਹੜੇ ਸ਼ਾਹੂਕਾਰ ਦੀ ਬੁੱਕਲ ਵਿੱਚ ਗੁਜ਼ਾਰਦੀ ਹੈ। ਇਹ ਮੁੱਛਾਂ ਉਦੋਂ ਤੱਕ ਖੜੀਆਂ ਰਹਿਣਗੀਆਂ ਜਦੋਂ ਤੱਕ ਢਹਿ ਨਹੀਂ ਜਾਂਦੇ ਦਿੱਲੀ ਦੇ ਕਿੰਗਰੇ, ਜਦੋਂ ਤੱਕ ਨੰਗੇ ਧੜਾਂ ਨੂੰ ਤਾਜ ਨਸੀਬ ਨਹੀਂ ਹੁੰਦੇ। ਇਹ ਮੁੱਛਾਂ ਖੜੀਆਂ ਰਹਿਣਗੀਆਂ ਤੇ ਦਮ ਭਰਦੀਆਂ ਰਹਿਣਗੀਆਂ ਮੁਰਦਾ ਹੋ ਚੁੱਕੇ ਜਿਸਮਾਂ ਵਿੱਚ। ਹਾਜ਼ਰੀਨ, ਸੁਰਜੀਤ ਜੱਜ ਦੀ ਸ਼ਾਹਕਾਰ ਰਚਨਾ ਦੇ ਨਾਲ ਲੋਕ ਆਵਾਜ਼ ਲਾਈਵ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਹੀਰਾ ਰੰਧਾਵਾ ਜੀ ਆਇਆਂ ਕਬੂਲ ਕਰੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਢੇਰ ਸਾਰੇ ਸੁਨੇਹੇ ਭੇਜਦੇ ਹੋ। ਸਭ ਤੋਂ ਪਹਿਲਾਂ ਮੈਂ ਇਸ ਕਰਕੇ ਸ਼ੁਕਰੀਆ ਕਰ ਦਿੱਤਾ ਕਿਉਂਕਿ ਅਕਸਰ ਤੁਸੀਂ ਗਾਹੇ ਬਗਾਹੇ ਮੇਰੇ ਨਾਲ ਗੱਲ ਕਰਦੇ ਰਹਿੰਦੇ ਹੋ, ਸੁਨੇਹਿਆਂ ਰਾਹੀਂ, ਫੋਨਾਂ ਰਾਹੀਂ। ਸਾਡੇ ਗਵਾਂਢ ਵਿੱਚ ਬੜੀ ਵੱਡੀ ਇੱਕ ਇਤਿਹਾਸਕ ਘਟਨਾ ਹੋਈ ਹੈ। ਅਮਰੀਕਾ ਦਾ ਤਾਨਾਸ਼ਾਹ ਜੋ ਪਿਛਲੇ 4 ਸਾਲਾਂ ਤੋਂ ਦੇਸ਼ ਦੇ ਮੱਥੇ ਤੇ ਕਲੰਕ ਵਾਂਗ ਸੀ, ਧੱਬੇ ਵਾਂਗ ਸੀ, ਡੈਮੋਕ੍ਰੇਟਾਂ ਦੇ ਬਾਈਡਨ ਬਾਬੇ ਨੇ ਪਟਕਾ ਮਾਰਿਆ। ਇਸ ਤਾਨਾਸ਼ਾਹ ਨੇ ਜਿੱਥੇ ਕਾਲੀ ਨਸਲ ਦੇ ਹੱਕ ਵਿੱਚ ਜੱਦੋ-ਜਹਿਦ ਮੌਕੇ ਆਪਣੀ ਤਾਕਤ ਦਾ ਮੁਜ਼ਾਹਰਾ ਹੀ ਨਹੀਂ ਸੀ ਕੀਤਾ, ਸਗੋਂ ਕਰੋਨਾ ਮਹਾਮਾਰੀ ਦਾ ਮਜ਼ਾਕ ਉਡਾ ਕੇ ਅਮਰੀਕਾ ਦੇ 10 ਮਿਲੀਅਨ ਤੋਂ ਵੱਧ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧਕੇਲ ਦਿੱਤਾ ਸੀ। ਇਸੇ ਵਿਅਕਤੀ ਦੀ ਇਸੇ ਹਾਸੋਹੀਣੀ ਹਰਕਤ ਕਰਕੇ 2.5 ਲੱਖ ਤੋਂ ਵੱਧ ਲੋਕ ਮੌਤ ਦੇ ਆਗੋਸ਼ ਵਿੱਚ ਸਦਾ ਲਈ ਸੌਂ ਗਏ। ਇਸ ਤੋਂ ਵੱਧ ਹੋਰ ਕਿਸ ਹੱਦ ਤੱਕ ਬੰਦੇ ਦੀ ਦਿਮਾਗ ਦਾ ਦਿਵਾਲਾ ਨਿਕਲ ਸਕਦਾ ਹੈ। ਜੇ ਬਾਈਡਨ ਬਾਬੇ ਦੀ ਗੱਲ ਕਰੀਏ ਤਾਂ ਡੈਮੋਕ੍ਰੇਟਾਂ ਦੇ ਬੀਤੇ ਦੇ ਰਿਪੋਰਟ ਕਾਰਡ ਅਨੁਸਾਰ ਉਹ ਕਿਸੇ ਨਸਲੀ ਲਹਿਰ ਦੀ ਹਮਾਇਤ ਨਹੀਂ ਕਰਨਗੇ। ਇਹ ਆਸ ਹੈ। ਅਜਿਹਾ ਓਬਾਮਾ ਦੇ ਕਾਰਜਕਾਲ ਨੂੰ ਵੇਖ ਕੇ ਹੋਰ ਵੀ ਪਰਪੱਕ ਹੋ ਜਾਂਦਾ ਹੈ। ਬਾਬਾ ਬਾਈਡਨ ਕਾਲੇ, ਮੁਸਲਿਮ ਜਾਂ ਕਿਸੇ ਹੋਰ ਭਾਈਚਾਰੇ ਖਿਲਾਫ ਅੱਗ ਨਹੀਂ ਉਗਲੇਗਾ ਕਿਉਂਕਿ ਨੀਤੀਆਂ ਸਾਰੀਆਂ ਪਾਰਟੀਆਂ ਵੱਲੋਂ ਘੜੀਆਂ ਜਾਂਦੀਆਂ ਨੇ। ਬਹੁਤ ਸਾਰੇ ਲੋਕ ਤਾਕਤ ਦੇ ਵਿੱਚ ਜਦੋਂ ਆ ਜਾਂਦੇ ਨੇ, ਤਾਕਤ ਦੇ ਨਸ਼ੇ ਵਿੱਚ ਬਹੁਤ ਕੁਛ ਆਪ ਹੁਦਰੀਆਂ ਕਰਦੇ ਨੇ। ਅਜਿਹਾ ਹੀ ਸਾਡੇ ਸਾਬਕਾ ਰਾਸ਼ਟਰਪਤੀ ਨੇ ਵੀ ਕੀਤਾ। ਜੇ ਭਾਰਤੀਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਭਾਰਤੀ ਪੰਡਤਾਂ ਨੇ ਹਵਨ ਕੀਤੇ ਬਾਬੇ ਟਰੰਪ ਦੇ ਹੱਕ ਵਿੱਚ, ਪੂਜਾ ਅਰਚਨਾਵਾਂ ਕੀਤੀਆਂ, ਅਰਦਾਸਾਂ ਸੋਧੀਆਂ, ਪਰ ਜਨਤਾ ਜਨਾਰਦਨ ਅੱਗੇ ਸਭ ਕੁਝ ਮਨਫੀ ਹੋ ਗਿਆ। ਸਾਡੇ ਪੰਜਾਬੀਆਂ ਨੇ ਵੀ ਕਾਫੀ ਸਮਾਂ ਟਰੰਪ ਦੇ ਹੱਕ ਵਿੱਚ ਮਾਹੌਲ ਗਰਮਾਈ ਰੱਖਿਆ। ਜਿਹੜਾ ਟਰੰਪ ਦਾ ਵਿਰੋਧ ਕਰਦਾ ਉਹ ਤੇ ਗਲ ਪੈ ਜਾਂਦੇ ਸੀ। ਪਤਾ ਨਹੀਂ ਐਸਾ ਕਿਹੜਾ ਟਰੰਪ ਦਾ ਲੋਲੀਪੌਪ ਸੀ ਜਿਹੜਾ ਉਹਨਾਂ ਨੂੰ ਜਿਹਾ ਕਰਵਾ ਰਿਹਾ ਸੀ। ਮੋਦੀ ਦਾ ਯਾਰ ਸੀ ਟਰੰਪ, ਸੋ ਉਹਦੇ ਗੋਦੀ ਦੇ ਲੋਕਾਂ ਨੇ ਤਾਂ ਅਜਿਹਾ ਕਰਨਾ ਹੀ ਸੀ। ਬਾਕੀ ਭਾਰਤ ਵਿਚਲੇ ਲੋਕਾਂ ਦੀ ਕੀ ਤੁਕ ਬਣਦੀ ਸੀ, ਇਹ ਸਮਝ ਨਹੀਂ ਆਈ। ਖੈਰ, ਸੁੱਖ ਮੰਗਦੇ ਆ ਆਪਣੇ ਗੁਆਂਢੀ ਮੁਲਕ ਦੀ ਕਿ ਉੱਥੇ ਸਭ ਕੁਝ ਵਧੀਆ ਹੀ ਹੋਵੇ, ਕਿਉਂਕਿ ਜਦ ਉੱਧਰੋਂ ਠੰਡੀ ਹਵਾ ਦਾ ਬੁੱਲਾ ਆਉਂਦਾ ਤਾਂ ਕੈਨੇਡਾ ਵਿੱਚ ਵੀ ਸਭ ਅੱਛਾ ਦਾ ਆਲਮ ਹੁੰਦਾ। ਬਾਈਡਨ ਬਾਬੇ ਦੇ ਜਿੱਤਣ ਦੇ ਲੋਕਾਂ ਨੂੰ ਖੁਸ਼ੀ ਓਨੀ ਨਹੀਂ ਹੋਈ ਜਿੰਨੀ ਇੱਕ ਸਿਰਫ ਤਾਨਾਸ਼ਾਹ ਟਰੰਪ ਦੇ ਹਾਰਨ ਦੀ ਹੋਈ ਹੈ। ਦੇ ਭਾਰਤੀ ਲੋਕਾਂ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਛੇਤੀ ਦੋਹਰੇ ਮਾਪਦੰਡ ਅਪਣਾ ਲੈਂਦੇ ਹਾਂ। ਇੱਕ ਪਾਸੇ ਭਾਰਤੀ ਲੋਕ ਸੋਨੀਆ ਗਾਂਧੀ ਨੂੰ ਵਿਦੇਸ਼ੀ ਔਰਤ ਕਹਿ ਕੇ ਪੁਕਾਰਦੇ ਨੇ ਤੇ ਉਹਨੂੰ ਰਾਜਨੀਤੀ ਦੇ ਨੇੜੇ ਆਉਣਾ ਉਹਦੇ ਹਾਨੀਕਾਰਕ ਸਮਝਦੇ ਹਿੰਦੁਸਤਾਨ ਵਾਸਤੇ, ਜਦਕਿ ਇੰਨੇ ਦਿਨੀ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣ ਤੇ ਇੰਝ ਖੁਸ਼ੀਆਂ ਮਨਾ ਰਹੇ ਨੇ ਕਿ ਜਿਵੇਂ ਉਹਨਾਂ ਦੀ ਆਪ ਦੀ ਸਕੀ ਜਾਈ ਹੋਏ। ਪਰ ਅਸਲ ਵਿੱਚ ਹੈ ਉਹ ਅਮਰੀਕਨ, ਤੇ ਉਹਦੀ ਮਾਂ ਨੇ ਭਾਰਤ ਤੋਂ ਇੱਥੇ ਆ ਕੇ ਜਮਾਇਕੇ ਨਾਲ ਵਿਆਹ ਕਰਵਾਇਆ ਸੀ ਜਿਨ੍ਹਾਂ 'ਚੋਂ ਇਹ ਪੈਦਾ ਹੋਈ ਸੀ। ਅਸੀਂ ਉਹਨੂੰ ਭਾਰਤੀ ਮੂਲ ਦੀ ਸਿੱਧ ਕਰਕੇ ਹੀ ਸਾਹ ਲਿਆ ਕਿ ਉਹ ਭਾਰਤੀ ਮੂਲ ਦੀ ਹੈ। ਦੂਜੇ ਪਾਸੇ ਬਾਈਡਨ ਬਾਬੇ ਬਾਰੇ ਕਿਹਾ ਜਾ ਰਿਹਾ ਕਿ ਜਦ ਈਸਟ ਇੰਡੀਆ ਕੰਪਨੀ ਭਾਰਤ ਗਈ ਸੀ ਤਾਂ ਉਹਦੇ ਨੱਕੜ ਦਾਦੇ ਬਾਈਡਨ ਨਾਲ ਉੱਥੇ ਭਾਰਤ ਵਿੱਚ ਵਿਆਹ ਹੋਇਆ ਸੀ ਕਿਸੇ ਔਰਤ ਦਾ। ਹੁਣ ਸਾਰਾ ਜ਼ੋਰ ਮੀਡੀਆ ਦਾ ਲੋਕਾਂ ਦਾ ਇਸ ਪਾਸੇ ਲੱਗੇਗਾ ਕਿ ਇਹਨੂੰ ਭਾਰਤੀ ਸਿੱਧ ਕਰਤੀ ਹੈ, ਭਾਰਤੀ ਮੂਲ ਦਾ ਉਹਨੂੰ ਬਣਾ ਕੇ ਆਪਾਂ ਸਾਹ ਲੈਣਾ। ਜਲਦੀ ਉਹਦੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਆਈਆਂ ਹੀ ਲਓ ਸੋਸ਼ਲ ਮੀਡੀਆ 'ਤੇ, ਇਹ ਭਾਰਤੀ ਆ। ਖੈਰ, ਇਹ ਸਾਡੀ ਫਿਤਰਤ ਹੈ। ਦੂਜੇ ਪਾਸੇ ਖੱਬੀ ਧਿਰ ਵਾਲੇ ਸਾਡੇ ਸਾਥੀ
ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਖੁਸ਼ੀ ਵਾਲੀ ਕਿਹੜੀ ਗੱਲ ਆ, ਬਾਈਡਨ ਜਿੱਤ ਗਿਆ ਤਾਂ ਆਪਣੇ ਮਨ 'ਚ ਕਦੀ ਹੱਸ ਵੀ ਲਿਆ ਕਰੋ। ਹੱਸਣਾ ਬਹੁਤ ਚੰਗਾ ਹੁੰਦਾ ਸਿਹਤ ਵਾਸਤੇ। ਖੁਸ਼ ਹੋ ਜਿਓ, ਖੁਸ਼ੀ ਦਾ ਮਿਲਣਾ ਬਹੁਤ ਜ਼ਰੂਰੀ ਆ ਸਰੀਰ ਨੂੰ, ਕਿਉਂਕਿ ਆਕਸੀਜਨ ਆਉਂਦੀ ਆ। ਸੋ ਇਸੇ ਤਰ੍ਹਾਂ ਜਿਵੇਂ ਤੁਹਾਡੇ ਸੁਨੇਹੇ ਮੇਰੇ ਲਈ ਆਕਸੀਜਨ ਦਾ ਕੰਮ ਕਰਦੇ ਨੇ। ਖੈਰ, ਇਹਨੇ ਦਿਨੀ ਮੌਸਮ ਦੀ ਬੜੀ ਉੱਪਰ ਥੱਲੀ ਹੋ ਰਹੀ ਆ। ਜਿੱਥੇ 2 ਹਫ਼ਤੇ ਪਹਿਲਾਂ ਠੰਡ ਹੋ ਗਈ ਸੀ ਪੂਰੀ ਤਰ੍ਹਾਂ, ਬਹੁਤ ਜਗ੍ਹਾ ਦੇ ਉੱਤੇ ਸਨੋ ਵੀ ਪੈ ਗਈ ਸੀ, ਬਰਫ਼ਬਾਰੀ ਹੋਈ ਸੀ। ਹੁਣ ਪਿਛਲੇ ਹਫ਼ਤੇ ਤੋਂ ਕਾਫੀ ਉੱਪਰ ਚੱਲ ਰਿਹਾ। ਇਹਨੇ ਦਿਨ 21, 22 ਤੱਕ 23 ਤੱਕ ਵੀ ਪਹੁੰਚ ਗਿਆ ਸਾਡੇ GTA ਏਰੀਏ ਦੇ ਵਿੱਚ। ਸੋ ਜਿੱਥੇ ਬਾਕੀ ਹਿੱਸੇ 'ਚ ਬਰਫ਼ਬਾਰੀ ਦਾ ਵੀ ਆਲਮ ਹੈ, ਉੱਥੇ ਗਰਮਾਹਟ ਵੀ ਆ ਰਹੀ ਆ। ਸੋ ਤੁਸੀਂ ਇਹਨਾਂ ਤਰਫ ਧਿਆਨ ਬਹੁਤ ਰੱਖਿਓ, ਕਿਉਂਕਿ ਇਹੋ ਜਿਹਾ ਮੌਸਮ ਤੰਗ ਬਹੁਤ ਕਰਦਾ ਸਿਹਤ ਪੱਖੋਂ। ਜੇ ਇਹਦੇ 'ਚ ਬਚ ਗਏ ਤਾਂ ਚੰਗੀ ਗੱਲ ਆ, ਅਦਰਵਾਈਜ਼ ਇਹ ਫਿਰ ਲੰਮਾ ਕੰਮ ਪੈ ਜਾਂਦਾ ਵਾ ਜਦੋਂ ਖੰਘ ਜ਼ੁਕਾਮ ਜਾਂ ਕੋਈ ਹਮਲਾ ਹੋ ਜੇ ਠੰਡ ਦਾ। ਜਿੱਥੇ ਠੰਡ ਵੱਧ ਰਹੀ ਆ ਜਾਂ ਗਰਮੀ ਵੱਧ ਰਹੀ ਆ, ਉੱਥੇ ਰੋਗ ਵੀ ਵੱਧ ਰਹੇ ਨੇ ਦੋਸਤੋ। ਸੋ ਇਸ ਵੇਲੇ ਜਿਹੜਾ ਤੁਸੀਂ ਮੈਨੂੰ SSTV ਤੇ ਲਾਈਵ ਵੇਖ ਰਹੇ ਹੋ, ਉੱਥੇ ਹੀ ਇਹ ਸਾਡਾ ਪ੍ਰੋਗਰਾਮ ਲੋਕ ਆਵਾਜ਼ ਸੁਰਸਾਗਰ ਰੇਡੀਓ ਤੇ ਲਾਈਵ ਚੱਲ ਰਿਹਾ ਹੈ। ਫੇਸਬੁੱਕ, YouTube ਤੇ ਹੈ। ਫਾਈਬਰ TV ਹੈ ਜੋ ਬੈਲ ਦਾ, ਉੱਥੇ ਲਾਈਵ ਚੱਲ ਰਿਹਾ ਹੈ। ਰੋਜ਼ਰ TV ਤੇ ਚੱਲ ਰਿਹਾ, ਗੋਕੈਕੋ ਤੇ ਚੱਲ ਰਿਹਾ। ਗੱਲ ਕੀ ਸਾਰੇ ਜਿੰਨੇ ਵੀ ਚੈਨਲ ਉੱਤਰੀ ਅਮਰੀਕਾ ਵਿੱਚ ਮੌਜੂਦ ਨੇ ਪੰਜਾਬੀ ਦੇ, ਉਹਨਾਂ ਉੱਤੇ ਸਾਡਾ ਇਹ ਲਾਈਵ ਹੈ। ਤੁਸੀਂ ਆਪਣੀ ਕੋਈ ਫੀਡਬੈਕ ਦੇਣੀ ਹੈ ਤਾਂ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਲਿਆ ਕਰੋ। 416 319 0551। ਤੁਹਾਨੂੰ ਪਤਾ ਹੀ ਹੈ ਮੇਰਾ ਨੰਬਰ, ਜਿਹੜਾ ਅਕਸਰ ਅਸੀਂ ਸਾਂਝਾ ਕਰਦੇ ਰਹਿੰਦੇ ਹਾਂ। ਇੰਨੇ ਦਿਨ ਰੀਅਲ ਸਟੇਟ ਦੀ ਮਾਰਕੀਟ ਬਹੁਤ ਗਰਮ ਹੈ, ਜਿੱਦਾਂ ਮੌਸਮ ਗਰਮ ਹੋ ਗਿਆ। ਸੋ ਤੁਸੀਂ ਕੋਈ ਆਪਣੀ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਮੈਨੂੰ ਕਾਲ ਕਰ ਲਿਓ। ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਰਹੇ ਨੇ ਬਰੈਂਪਟਨ, ਮਿਸਿਸਾਗਾ, ਕੈਲਡਨ ਏਰੀਆ ਦੇ ਵਿੱਚ। ਉੱਥੇ ਤੁਸੀਂ ਘਰ ਬੁੱਕ ਕਰਾਉਣਾ ਤੇ ਮੈਨੂੰ ਯਾਦ ਕਰ ਲਿਓ, ਮੈਂ ਤੁਰੰਤ ਕਰਵਾ ਦੇਣਾ। ਇੱਕ ਸਟੀਲ ਤੇ ਹਰਨਟਾਰੀ ਦੇ ਉੱਤੇ ਬੜਾ ਵਧੀਆ ਇੱਕ ਸਟੈਲਾ ਕੰਡੋਜ਼ ਦਾ ਪ੍ਰੋਜੈਕਟ ਹੈ। ਥੋੜ੍ਹੇ ਜਿਹੇ ਯੂਨਿਟ ਬਚੇ ਨੇ, ਬੜਾ ਵਧੀਆ ਪੇਮੈਂਟ ਸਟਰਕਚਰ ਆ। ਤੁਸੀਂ ਮੈਨੂੰ ਕਾਲ ਕਰਿਓ, ਮੈਂ ਤੁਹਾਡਾ ਯੂਨਿਟ ਬੁੱਕ ਕਰਵਾ ਦੇਵਾਂਗਾ। ਤਾਂ ਵਾਧਾ ਹੀ ਵਾਧਾ ਵਾ, ਇਨਵੈਸਟ ਕਰੋਗੇ ਪੈਸੇ ਚਾਰ ਆਉਣੇ ਹੀ ਆਉਣੇ ਆ। ਨਾਲ ਹੀ ਇਹਦੇ ਇੱਕ ਸ਼ੈਰਡਨ ਕਾਲਜ ਆ ਸਾਹਮਣੇ, ਸ਼ਾਪਰ ਵਰਲਡ ਹੈ, ਜਿੱਥੇ ਬਰੈਂਪਟਨ ਟਰਮੀਨਲ ਮੇਨ ਇਹਦਾ ਬੱਸ ਅੱਡਾ ਹੈ। ਇਹਦੇ ਨਾਲ ਹੀ ਸੁਪਰ ਸਟੋਰ ਹੈ। ਥੋੜ੍ਹੀ ਜਿਹੀ ਦੂਰੀ 'ਤੇ ਅੱਗੇ ਕਾਸਕੋ ਦਾ ਸਟੋਰ ਹੈ, ਹੋਮ ਡਿਪੂ ਹੈ, ਵਾਲਮਾਰਟ ਹੈ, ਲੋਸ ਹੈ। ਗੱਲ ਕੀ ਸਾਰੇ ਵੱਡੇ ਸਟੋਰ ਜਿਹੜੇ ਨੇ ਨੇੜੇ ਨੇ। ਔਰ ਗਰੋਸਰੀ ਦੇ ਸਟੋਰ ਬੜੇ ਵਧੀਆ, ਹਿੰਦੁਸਤਾਨੀ ਗਰੋਸਰੀ ਦੇ, ਪਾਕਿਸਤਾਨੀ ਗਰੋਸਰੀ ਦੇ ਸਾਰੇ ਲਾਗੇ ਨੇ। ਗੁਰੂ ਘਰ ਲਾਗੇ ਹੈ, ਨੇੜੇ ਪਾਰਕ ਹੈ। ਹੋਰ ਕੀ ਚਾਹੀਦਾ ਲਾਗੇ? ਸਪੋਰਟਸ ਪਲੈਕਸ ਹੈ, ਕਮਿਊਨਿਟੀ ਸੈਂਟਰ ਹੈ, ਲਾਇਬ੍ਰੇਰੀ ਹੈ। ਸੋ ਤੁਸੀਂ ਮੈਨੂੰ ਇਹਦੇ ਵਿੱਚ ਯੂਨਿਟ ਬੁੱਕ ਕਰਾਉਣ ਲਈ ਕਾਲ ਕਰ ਸਕਦੇ ਹੋ। 416 319 0551 ਮੇਰਾ ਫ਼ੋਨ ਨੰਬਰ ਹੈ। ਥੋੜ੍ਹੇ ਜਿਹੇ ਯੂਨਿਟ ਰਹਿ ਗਏ ਨੇ, ਕਰਵਾ ਲਓ, ਵੇਲਾ ਖੰਜਾਇਓ ਨਾ ਕਿਤੇ। ਹੋਰ ਵੀ ਕੋਈ ਟ੍ਰਾਂਜੈਕਸ਼ਨ ਕਰਨੀ ਘਰ ਖਰੀਦਣ ਵੇਚਣ ਦੀ ਤਾਂ ਵੀ ਮੈਨੂੰ ਕਾਲ ਕਰ ਲਿਓ, ਤੁਹਾਨੂੰ ਪਤਾ ਹੀ ਹੈ। ਸੋ ਦੋਸਤੋ, ਜਿੱਥੇ ਗੁਆਂਢੀ ਮੁਲਕ 'ਚ ਨਵੇਂ ਰਾਸ਼ਟਰਪਤੀ ਚੁਣਨ ਦੀਆਂ ਖੁਸ਼ੀਆਂ ਲੋਕ ਮਨਾ ਰਹੇ ਨੇ, ਉੱਥੇ ਹਿੰਦੁਸਤਾਨ ਦਾ ਪ੍ਰਸਿੱਧ ਤਿਉਹਾਰ ਦੀਵਾਲੀ ਵੀ ਜ਼ੋਰਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਹਨਾਂ ਮੁਲਕਾਂ ਦੇ ਵਿੱਚ ਵੀ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ। ਇਹ ਤਿਉਹਾਰ ਨਿਰਾਪੁਰਾ ਸ਼੍ਰੀ ਰਾਮ ਚੰਦਰ ਦੇ 14 ਸਾਲ ਦੇ ਬਨਵਾਸ ਕੱਟ ਕੇ ਵਾਪਸ ਆਉਣ ਦੇ ਨਾਲ ਹੀ ਸੰਬੰਧਿਤ ਨਹੀਂ ਹੈ, ਜਾਂ 52 ਰਾਜਿਆਂ ਨੂੰ ਗਵਾਲੀਅਰ ਦੀ ਜੇਲ੍ਹ ਦੇ ਵਿੱਚੋਂ ਰਿਹਾਅ ਕਰਵਾਉਣ ਦਾ ਗੁਰੂ ਸਾਹਿਬ ਦਾ ਜੋ ਮਕਸਦ ਸੀਗਾ, ਉਹਦੇ ਆਧਾਰ 'ਤੇ ਖੁਸ਼ੀਆਂ ਮਨਾਉਣ ਦਾ ਤਿਉਹਾਰ ਨਹੀਂ। ਇਹਦੇ ਨਾਲ ਬਲਕਿ ਹੋਰ ਬਹੁਤ ਕੁਝ ਜੁੜਿਆ ਹੋਇਆ ਹੈ। ਜਿੱਥੇ ਭਾਰਤ ਵਿੱਚ ਪਟਾਕਿਆਂ 'ਤੇ ਪਾਬੰਦੀ ਲੱਗੀ ਹੈ, ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਖੁੱਲ੍ਹ ਦਿੱਤੀ ਗਈ ਹੈ। ਖਾਸ ਕਰਕੇ ਬਹੁ ਗਿਣਤੀ ਭਾਰਤੀ ਵਸੋਂ ਵਾਲਾ ਸਾਡਾ ਜਿਹੜਾ ਸ਼ਹਿਰ ਹੈ ਬਰੈਂਪਟਨ, ਇਹਦੇ ਵਿੱਚ ਫਾਇਰ ਵਰਕਸ ਦੀ ਖੁੱਲ੍ਹ ਦਿੱਤੀ ਗਈ ਹੈ, ਪਰ ਉਹਦੇ ਵਾਸਤੇ ਬਹੁਤ ਸਾਵਧਾਨੀਆਂ ਹਨ। ਔਰ ਕੁਝ ਉਹਨਾਂ ਨੇ ਪਾਬੰਦੀਆਂ ਰੱਖੀਆਂ ਹਨ, ਕਿੰਨੇ ਏਰੀਏ ਦੇ ਵਿੱਚ, ਕਿਹੜੇ ਏਰੀਏ ਦੇ ਵਿੱਚ ਤੁਸੀਂ ਉਹ ਪਟਾਕੇ ਚਲਾ ਸਕਦੇ ਹੋ। ਖਾਸ ਕਰਕੇ ਪਬਲਿਕ ਪਲੇਸ 'ਤੇ ਤੁਸੀਂ ਨਹੀਂ ਚਲਾ ਸਕਦੇ, ਸੜਕ ਦੇ ਉੱਤੇ ਜਾਂ ਗਲੀ ਉੱਤੇ। ਸੋ ਇਸ ਕਰਕੇ ਬੜਾ ਧਿਆਨ ਰੱਖਣਾ। ਬੱਚਿਆਂ ਨੂੰ ਖਾਸ ਕਰਕੇ ਪਟਾਕੇ ਜਦੋਂ ਚਲਾਉਣੇ ਨੇ ਦੂਰ ਰੱਖਣਾ ਹੈ, ਕਿਉਂਕਿ ਖੁਸ਼ੀ ਤਾਂ ਨਾ ਮਨਾਉਣੀ ਹੈ, ਨੇੜੇ 'ਤੇ ਹੋਣਾ ਹੈ, ਪਰ ਸਾਵਧਾਨੀ ਜਿਹੜੀ ਆ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਜਿਹੜੀ ਅੱਗ ਦੀ ਖੇਡ ਹੈ, ਇਹ ਬਹੁਤ ਬੁਰੀ ਖੇਡ ਹੁੰਦੀ ਹੈ, ਪਰ ਖੁਸ਼ੀਆਂ ਤੁਸੀਂ ਜ਼ਰੂਰ ਵੰਡਿਓ। ਦੀਵਾਲੀਆਂ ਭਾਵੇਂ ਜਿੰਨੀਆਂ ਵੀ ਆਉਣ, ਚਲੀਆਂ ਜਾਣ, ਆਉਂਦੀਆਂ ਰਹਿਣੀਆਂ, ਜਾਂਦੀਆਂ ਰਹਿਣੀਆਂ,
ਪਰ ਪੰਜਾਬ ਦੇ ਲੋਕਾਂ ਦੀ ਅਸਲ ਦੀਵਾਲੀ ਉਸ ਦਿਨ ਹੋਵੇਗੀ ਜਦ ਉਹਨਾਂ ਦੀ ਕਿਰਤ ਦਾ ਮੁੱਲ ਪਵੇਗਾ। ਇਸ ਵਾਰ ਦੀ ਦੀਵਾਲੀ ਸ਼ਾਇਦ ਉਹਨਾਂ ਨੂੰ ਕਿਸੇ ਸੜਕ ਤੇ ਜਾਂ ਕਿਸੇ ਟੋਲ ਪਲਾਜ਼ੇ ਦੇ ਉੱਤੇ ਲੱਗੇ ਧਰਨੇ ਵਿੱਚ ਗੁਜ਼ਾਰਨੀ ਪਏ। ਆਓ ਦੁਆ ਕਰੀਏ ਕਿ ਭਾਰਤੀ ਹਾਕਮਾਂ ਨੂੰ ਇਹਨਾਂ ਕਿਸਾਨਾਂ ਮਜ਼ਦੂਰਾਂ ਦੀ ਹੂਕ ਸੁਣੇ ਤੇ ਲੋਕਾਂ ਦੇ ਹੱਕ ਦੇ ਫੈਸਲੇ ਲਾਉਣ ਦੇ ਕਾਬਲ ਹੋਣ। ਗਰੀਬ ਦੀ ਚੌਂਪੜੀ ਵਿੱਚ ਵੀ ਕੋਈ ਚਾਨਣ ਦੀ ਖਾਤਰ ਆ ਸਕੇ, ਪਰ ਹਾਲ ਦੀ ਘੜੀ ਹਨੇਰਾ ਹੈ। ਆਓ ਇਸ ਹਨੇਰੇ ਨੂੰ ਦੂਰ ਕਰਨ ਦੇ ਉਪਰਾਲੇ ਕਰੀਏ। ਜਦੋਂ ਜਹਿਦ ਕਰ ਰਹੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਕਲਾਕਾਰਾਂ ਦਾ ਸਾਥ ਦਈਏ। ਖੁਸ਼ੀਆਂ ਮਾਣੋ, ਵੰਡੋ, ਕਿਉਂਕਿ ਪਤਾ ਨਹੀਂ ਇਸ ਜ਼ਿੰਦਗੀ ਦੇ ਵਿੱਚ ਅਗਲੀ ਦੀਵਾਲੀ ਸਾਡੀ ਜ਼ਿੰਦਗੀ ਦੀ ਅਸੀਂ ਵੇਖਣੀ ਹੈ ਜਾਂ ਨਹੀਂ ਨਸੀਬ ਹੋਣੀ, ਕਿਉਂਕਿ ਖੁਸ਼ੀਆਂ ਦਾ ਤਿਉਹਾਰ ਹੈ। ਖੁਸ਼ੀਆਂ ਵੰਡੋ। ਕਿਸਾਨ ਸੰਘਰਸ਼ ਜਾਰੀ ਹੈ। ਦੋਸਤੋ, ਜਿੱਥੇ ਹਮੇਸ਼ਾ ਦੀ ਤਰ੍ਹਾਂ ਸਾਡੇ 27 ਸੈਗਮੈਂਟ ਗੱਲਾਂ ਕਰੀਏ ਮੂੰਹ ਤੇ ਹੋਵੇਗੀ, ਉੱਥੇ ਖਾਸ ਮੁਲਾਕਾਤ ਤੇ ਵਿਚਾਰ ਚਰਚਾ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਹੁੰਦੇ ਨੇ। ਇਹਦੇ ਨਾਲ ਗੀਤ ਸੰਗੀਤ ਵੀ ਹੁੰਦਾ ਤੇ ਢੇਰ ਸਾਰੀਆਂ ਜਾਣਕਾਰੀਆਂ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੀਆਂ ਨੇ। ਕਿਸੇ ਕਿਸਮ ਦੀ ਸਾਂਝ ਪਾਉਣੀ ਹੈ ਤੇ 416 319 0551 ਤੇ ਟੈਕਸਟ ਕਰਕੇ ਤੁਸੀਂ ਮੇਰੇ ਨਾਲ ਇਸ ਵੇਲੇ ਸਾਂਝ ਪਾ ਸਕਦੇ ਹੋ। ਤੇ ਆਓ ਦੋਸਤੋ, ਬਿਨਾਂ ਕਿਸੇ ਦੇਰੀ ਤੋਂ ਜੁੜਦੇ ਹਾਂ ਸਾਡੀ 27 ਸੈਗਮੈਂਟ ਗੱਲਾਂ ਕਰੀਏ ਮੂੰਹ ਤੇ। ਮੇਰੇ ਇੱਕ ਦੋਸਤ ਨੇ ਗੱਲ ਸੁਣਾਈ ਕਿ ਉਹਦੇ ਦੂਰ ਦੇ ਇੱਕ ਰਿਸ਼ਤੇਦਾਰ ਦੋਵੇਂ ਮੀਆਂ ਬੀਵੀ ਕੈਨੇਡਾ ਗਏ। ਅੰਕਲ ਜੀ ਕਹਿੰਦੇ ਬੜੇ ਸਾਊ ਸੁਭਾਅ ਦੇ ਸਨ, ਪਰ ਆਂਟੀ ਜੀ ਸਾਰੀ ਬਰਾਦਰੀ ਵਿੱਚ ਆਪਣੇ ਗਰਮ ਸੁਭਾਅ ਤੇ ਲਾਈ ਬੁਝਾਈ ਦੀ ਆਦਤ ਕਰਕੇ ਬਹੁਤ ਮਸ਼ਹੂਰ ਸਨ। ਅੰਕਲ ਜੀ ਉਹਦੀ ਇਸ ਆਦਤ ਤੋਂ ਬਹੁਤ ਦੁਖੀ ਸਨ, ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੀ ਧਰਮ ਪਤਨੀ ਦੀ ਇਸ ਆਦਤ ਨੂੰ ਉਹ ਛਡਾ ਨਾ ਸਕੇ। ਖੈਰ, ਟੋਰਾਂਟੋ ਵਿੱਚ ਉਹਨਾਂ ਨੂੰ ਅੱਗੋਂ ਭਤੀਜਾ ਉਹਨਾਂ ਦਾ ਲੈਣ ਆਇਆ ਜੋ ਹਾਲੇ ਕੁਆਰਾ ਹੀ ਸੀ। ਉਹਨਾਂ ਨੂੰ ਹਵਾਈ ਅੱਡੇ ਤੋਂ ਆਪਣੇ ਘਰ ਲੈ ਕੇ ਆ ਗਿਆ। ਗੱਲ ਸੋਮਵਾਰ ਸਵੇਰ ਦੀ ਸੀ ਤੇ ਉਸ ਬੰਦੇ ਨੇ ਕੰਮ ਤੇ ਵੀ ਜਾਣਾ ਸੀ, ਸੋ ਉਹਨੇ ਕਿਹਾ, ਵੈਸੇ ਤੇ ਤੁਸੀਂ ਲੰਬੇ ਹਵਾਈ ਸਫ਼ਰ ਕਰਕੇ ਥੱਕੇ ਟੁੱਟੇ ਆਏ ਹੋ, ਬਸ ਸੁੱਤੇ ਰਹੋ ਤੇ ਆਰਾਮ ਕਰੋ, ਸ਼ਾਮ ਨੂੰ ਮੈਂ ਜਲਦੀ ਆ ਕੇ ਸਭ ਕੁਝ ਆਪੇ ਸੰਭਾਲ ਲਵਾਂਗਾ, ਪਰ ਫਿਰ ਵੀ ਜੇਕਰ ਕੋਈ ਚਾਹ ਪਾਣੀ ਦੀ ਜ਼ਰੂਰਤ ਮਹਿਸੂਸ ਹੋਏ ਤੇ ਜਲਦੀ ਨਾਲ ਤੁਸੀਂ ਆਪਣੀ ਚਾਹ ਪਾਣੀ ਬਣਾ ਲੈਣਾ। ਉਹਨੇ ਘਰ ਦਾ ਸਾਰਾ ਗੁਜ਼ਾਰੇ ਲਾਇਕ ਸਿਸਟਮ ਉਹਨਾਂ ਨੂੰ ਸਮਝਾ ਦਿੱਤਾ। ਘਰ ਦਾ ਦਰਵਾਜ਼ਾ ਅੰਦਰੋਂ ਕਿਵੇਂ ਬੰਦ ਕਰਨਾ ਤੇ ਕਿਵੇਂ ਖੋਲ੍ਹਣਾ, ਟੈਲੀਫੋਨ ਕਿੱਥੇ ਆ, ਬਾਥਰੂਮ ਕਿੱਥੇ ਆ, ਫਰਿੱਜ ਵਿਚਲਾ ਜਿਹੜਾ ਖਾਣਾ ਆ ਉਹ ਕਿੱਥੇ ਆ, ਉਹ ਵਿਖਾ ਦਿੱਤਾ। ਖੰਡ, ਚਾਹ ਪੱਤੀ ਤੇ ਦੁੱਧ ਵੀ ਵਿਖਾ ਦਿੱਤੇ। ਸਾਰਾ ਕੁਝ ਜਿਹੜੀਆਂ ਨਿੱਕੀ ਨਿੱਕੀ ਚੀਜ਼ਾਂ ਹੁੰਦੀਆਂ ਨੇ। ਇੰਨੇ ਵਿੱਚ ਆਂਟੀ ਜੀ ਬਾਥਰੂਮ ਚਲੇ ਗਏ ਤੇ ਪਿੱਛੋਂ ਅੰਕਲ ਨੇ ਆਪਣੇ ਭਤੀਜੇ ਨੂੰ ਪੁੱਛਿਆ, ਕਾਕਾ ਚੁੱਲ੍ਹਾ ਕਿੱਥੇ ਆ? ਤੇ ਅੱਗੋਂ ਭਤੀਜੇ ਨੇ ਕਿਹਾ, ਸੌਰੀ, ਘਰ ਵਿਚਲੀ ਉਹਨਾਂ ਨੇ ਜਿਹੜੀ ਹੌਟ ਪਲੇਟ ਹੁੰਦੀ ਹੈ ਬਿਜਲੀ ਨਾਲ ਚੱਲਣ ਵਾਲਾ ਚੁੱਲ੍ਹਾ, ਉਹ ਵਿਖਾ ਦਿੱਤਾ ਤੇ ਬੋਲਿਆ ਕਿ ਇਹਨੂੰ ਔਨ ਆਫ ਵੀ ਕਰਨਾ ਸਿੱਖ ਲਵੋ। ਤੇ ਅੱਗੋਂ ਹੱਸਦਾ ਹੋਇਆ ਅੰਕਲ ਬੋਲਿਆ, ਕਾਕਾ ਤੂੰ ਸਿਰਫ ਅੱਗ ਬੁਝਾਉਣੀ ਸਿਖਾ, ਅੱਗ ਲਾਉਣ ਨੂੰ ਤੇਰੀ ਆਂਟੀ ਜੋ ਹੈਗੀ ਆ, ਇਹ ਕੰਮ ਬਥੇਰਾ ਆਉਂਦਾ ਉਹਨੂੰ। ਲਓ ਜੀ, ਜਸਵੀਰ ਸੰਧੂ ਹੁਣੀ ਕਹਿੰਦੇ ਕਿ ਸਾਡੇ ਦਫ਼ਤਰ ਦਾ ਕਰਮਚਾਰੀ ਆਪਣੀਆਂ ਝੱਲ ਵਲੱਲੀਆਂ ਕਰਕੇ ਅਕਸਰ ਹੀ ਸਾਰਿਆਂ ਦੇ ਹਾਸੇ ਠੱਠੇ ਦਾ ਕੇਂਦਰ ਬਣਿਆ ਰਹਿੰਦਾ ਸੀ। ਕਹਿੰਦੇ ਇੱਕ ਦਿਨ ਉਹਨੂੰ ਘਰੋਂ ਫੋਨ ਆਇਆ ਤੇ ਕਾਹਲੀ ਜਿਹੀ 'ਚ ਮੇਰੇ ਕੋਲ ਆ ਕੇ ਮੇਰੇ ਕੰਨ 'ਚ ਕਹਿਣ ਲੱਗਾ, ਰਿਸ਼ਤੇਦਾਰ ਆਏ ਨੇ ਜੀ, ਘਰ ਜਾਣਾ ਹੈ। ਮੈਂ ਪੁੱਛਿਆ ਵੀ ਕੌਣ ਆਇਆ? ਮੈਂ ਉੱਚੀ ਸਾਰੀ ਪੁੱਛਿਆ ਤੇ ਬਾਕੀਆਂ ਦੇ ਵੀ ਕੰਨ ਖੜੇ ਹੋ ਗਏ ਲਾਗੋਂ। ਜਦ ਉਹਨੇ ਵੇਖਿਆ ਕਿ ਗੱਲ ਪਰਦੇ 'ਚ ਨਾ ਰਹੀ ਤੇ ਉਹਨੇ ਸਾਰਿਆਂ ਨੂੰ ਸੁਣਾ ਕੇ ਕਿਹਾ, ਜੀ ਸਾਂਢੂ ਆਇਆ ਤੇ ਇਹਨੂੰ ਨਾ ਜਾਣ ਦਿਓ ਜੀ, ਸਾਂਢੂ ਦੇ ਨਾਲ ਸਾਲੀ ਵੀ ਆਈ ਹੋਣੀ ਆ, ਇਹ ਐਵੇਂ ਸਾਲੀ ਨਾਲ ਕੋਈ ਬੇਵਕੂਫੀ ਕਰਕੇ ਸਾਂਢੂ ਤੋਂ ਕੁੱਟ ਖਾਵੇਗਾ। ਲਾਗੇ ਮੇਰਾ ਦੋਸਤ ਬੈਠਾ ਸੀ, ਉਹਨੇ ਕਿਹਾ, ਓਏ ਬੇਵਕੂਫਾ, ਸਾਲੀ ਨਹੀਂ ਆਈ, ਕੱਲਾ ਸਾਂਢੂ ਹੀ ਆਇਆ। ਤੇਜਿੰਦਰ ਨੇ ਮਨਪ੍ਰੀਤ ਵੱਲ ਵੇਖ ਕੇ ਮੱਥੇ ਤੇ ਹੱਥ ਮਾਰ ਕੇ ਕਿਹਾ, ਇਹਨੂੰ ਬੰਦਾ ਪੁੱਛੇ ਜੇ ਸਾਲੀ ਨਹੀਂ ਆਈ ਤੇ ਫੇਰ ਇਹਨੂੰ ਘਰ ਜਾਣ ਦੀ ਕਾਹਲੀ ਕਾਹਦੀ ਆ? ਸਾਹਮਣੇ ਬੈਠਾ ਹੈਪੀ ਬੋਲਿਆ ਤਾਂ ਮੌਕਾ ਹੱਥ ਆਇਆ ਵੇਖ ਕੇ ਮਨਪ੍ਰੀਤ ਨੇ ਤੁਰੰਤ ਬਾਲ ਤੇਜਿੰਦਰ ਦੇ ਗਿੱਟਿਆਂ 'ਚ ਠੋਕ ਦਿੱਤੀ। ਕਹਿੰਦਾ, ਇਹਦੀ ਸਾਲੀ ਭਾਵੇਂ ਨਹੀਂ ਆਈ, ਪਰ ਇਹਦੇ ਸਾਂਢੂ ਦੀ ਸਾਲੀ ਤਾਂ ਘਰੇ ਇਕੱਲੀ ਆ ਨਾ। ਤੇ ਛੁੱਟੀ ਮਿਲਦੇ ਹੀ ਪਤੰਦਰ ਘਰ ਨੂੰ ਛੂਟਾ ਮੱਟ ਗਿਆ। ਦੋਸਤੋ, ਕਹਿੰਦੇ ਆ ਕਿ ਮਾਰਨਿੰਗ ਵਾਕ 5 ਪ੍ਰਕਾਰ ਦੀ ਹੁੰਦੀ ਆ। ਨੰਬਰ 1, ਜੋ ਆਦਮੀ ਆਪਣੇ ਆਪ ਸੈਰ ਕਰਨ ਜਾਂਦਾ ਉਹਨੂੰ ਕਹਿੰਦੇ ਆ ਮਾਰਨਿੰਗ ਵਾਕ। ਤੇ ਜੋ ਆਦਮੀ ਡਾਕਟਰਾਂ ਦੀ ਸਲਾਹ ਤੋਂ ਬਾਅਦ ਸੈਰ ਕਰਨ ਜਾਂਦਾ ਉਹਨੂੰ ਕਹਿੰਦੇ ਆ ਵਾਰਨਿੰਗ ਵਾਕ। ਤੇ ਜੋ ਆਦਮੀ ਆਪਣੀ ਪਤਨੀ ਨਾਲ ਸੈਰ ਕਰਨ ਜਾਂਦਾ ਉਹਨੂੰ ਕਹਿੰਦੇ ਨੇ ਡਾਰਲਿੰਗ ਵਾਕ। ਤੇ ਜੋ ਆਦਮੀ ਲੋਕਾਂ ਨੂੰ ਸੈਰ ਕਰਦੇ ਵੇਖ ਕੇ ਸੜਦਾ
ਹੋਇਆ ਸੈਰ ਕਰਨੀ ਸ਼ੁਰੂ ਕਰ ਦਿੰਦਾ, ਉਹਨੂੰ ਕਹਿੰਦੇ ਆ ਜੀ ਬਰਨਿੰਗ ਵਾਕ। ਤੇ ਜੋ ਆਦਮੀ ਸੈਰ ਕਰਦੇ ਸਮੇਂ ਲੋਕਾਂ ਦੀਆਂ ਜਨਾਨੀਆਂ ਤਾੜਦਾ ਫਿਰੇ ਤੇ ਗਰਦਨ ਘੁਮਾ ਘੁਮਾ ਕੇ ਵੇਖੇ, ਉਹਨੂੰ ਕਹਿੰਦੇ ਆ ਟਰਨਿੰਗ ਵਾਕ। ਸੋ ਇਹ ਦੋਸਤੋ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਵਾਕ ਕਿਹੜੀ ਕਰਨੀ ਆ। ਸਾਡੇ ਅਮਰੀਕਾ ਨਿਵਾਸੀ ਦਾਰਾਪੁਰ KS ਦਾਰਾਪੁਰੀ ਜੀ ਕਹਿੰਦੇ ਆ ਕਿ ਜਦ ਮੈਂ ਦਾਰਾਪੁਰ ਟਾਂਡੇ ਹੋਵਾਂ ਤਾਂ ਸਵੇਰੇ 7 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਮਰੀਜ਼ਾਂ ਨੂੰ ਫ੍ਰੀ ਕੰਸਲਟੇਸ਼ਨ ਤੇ ਫ੍ਰੀ ਦਵਾਈ ਦਿੰਦਾ। ਕਾਫੀ ਮਰੀਜ਼ ਆ ਜਾਂਦੇ ਨੇ। ਤੇ ਮਾਸੀ ਭਗਵਾਨ ਕੌਰ 87 ਸਾਲ ਦੀ ਆ, ਕਹਿੰਦੇ ਮੇਰੀ ਮੰਮੀ ਤੇ ਉਹ ਸ਼ਰੀਕੇ ਵਿੱਚੋਂ ਲੱਗਦੇ ਭਰਾਵਾਂ ਦੀਆਂ ਕੁੜੀਆਂ ਨੇ। ਕੱਲ ਉਹ ਦਵਾਈ ਲੈਣ ਮੇਰੇ ਕੋਲ ਆਪਣੀ ਨੂੰਹ ਜਸਿੰਦਰ ਕੌਰ ਨਾਲ ਆਈ ਤਾਂ ਮੇਰੇ ਕੋਲ ਕਾਫੀ ਮਰੀਜ਼ ਬੈਠੇ ਸਨ। ਤੇ ਆਉਂਦੀ ਮੇਰਾ ਛੋਟਾ ਨਾਲ ਲੈ ਕੇ ਕਹਿੰਦੀ, ਵੇ ਕੁੱਕੂ ਵੇ ਮੈਨੂੰ ਵੀ ਆਪਣੇ ਨਾਲ ਅਮਰੀਕਾ ਲੈ ਜਾਇਆ ਕਰ, ਜਾਂ ਮੈਨੂੰ ਕੋਈ ਇਹੋ ਜਿਹੀ ਦਵਾਈ ਦੇ ਦੇ ਵੀ ਮੇਰੇ ਹੱਡ ਪੈਰ ਗੋਡੇ ਦੁਖਣੋਂ ਹਟ ਜਾਣ। ਮੈਂ ਕਿਹਾ ਮਾਸੀ ਕੀ ਗੱਲ, ਭਾਬੀ ਤੇ ਪੌਤ ਨੂੰ ਸੇਵਾ ਨਹੀਂ ਕਰਦੀਆਂ, ਉਹਨਾਂ ਕੋਲੋਂ ਲੱਤਾਂ ਕਟਵਾ ਲਿਆ ਕਰੋ। ਉਹ ਕਹਿਣ ਲੱਗੀ ਨਹੀਂ ਪੁੱਤ, ਆ ਜੱਸੀ ਮੇਰੀ ਨੌਂ ਤਾਂ ਮੇਰਾ ਬਹੁਤ ਧਿਆਨ ਰੱਖਦੀ ਆ। ਤੇ ਇੰਨੇ ਚਿਰ ਨੂੰ ਮੇਰੀ ਮੈਡਮ ਆ ਗਏ ਤੇ ਜੱਸੀ ਭਾਬੀ ਤੇ ਮੈਡਮ ਘਰ ਦੇ ਅੰਦਰ ਚਲੇ ਗਏ। ਤੇ ਮਾਸੀ ਹੋ ਗਈ ਸ਼ੁਰੂ, ਕਹਿੰਦੀ ਪੁੱਤ ਇਹਨੇ ਤੇ ਇਹਦੀ ਨੌਂ ਨੇ, ਮੇਰੀ ਪੋਤ ਨੌਂ ਨੇ ਮੇਰਾ ਜੀਣਾ ਮੁਸ਼ਕਲ ਕੀਤਾ ਹੋਇਆ। ਤੇਰਾ ਭਰਾ ਹੈਡਮਾਸਟਰ ਤਾਂ ਇਹ ਤੋਂ ਡਰਦਾ, ਕੁਝ ਬੋਲਦਾ ਹੀ ਨਹੀਂ। ਮੇਰੀ ਪੂਤ ਨੌਂ ਤੇ ਤੇਰੀ ਜੱਸੀ ਭਾਬੀ ਦੀ ਭੈਣ ਦੀ ਨਾਨ ਕੁੜੀ ਆ ਚੰਡੀਗੜ੍ਹੋਂ, ਉਹ ਤਾਂ ਮੇਰੇ ਨਾਲ ਚੱਜ ਨਾਲ ਬੋਲਦੀ ਵੀ ਨਹੀਂ। ਮੇਰੀ ਧੀ ਆਈ ਨੂੰ ਕਦੇ ਇਹਨਾਂ ਨੇ ਪੈਸੇ ਧੇਲੇ ਦਾ ਸ਼ਗਨ ਵਿਹਾਰ ਵੀ ਨਹੀਂ ਕੀਤਾ। ਮੈਂ ਕਿਹਾ ਮਾਸੀ ਤੈਨੂੰ ਮਾਸੜ ਦੀ ਇੰਨੀ ਸਾਰੀ ਪੈਨਸ਼ਨ ਮਿਲਦੀ ਆ, ਉਹ 'ਚੋਂ ਖਰਚਾ ਕਰ ਲਿਆ ਕਰ, ਜਾਂ ਬੈਂਕ ਵਾਲੀ ਕਾਪੀ ਸਿੱਧੂ ਸਾਹਿਬ ਨੂੰ ਦੇ ਦੇ ਤੇ ਤੂੰ ਆਪ ਭਾਗ ਕੋਲੋਂ ਜਿੰਨੇ ਪੈਸੇ ਚਾਹੀਦੇ ਮੰਗ ਲਿਆ ਕਰ। ਕਹਿੰਦੀ ਨਾ ਵੇ ਨਾ ਪੁੱਤ, ਜਿਉਂਦੇ ਜੀ ਤਾਂ ਮੈਂ ਇਹਨਾਂ ਨੂੰ ਧੇਲਾ ਨਹੀਂ ਦਿੰਦੀ। ਤੇਰੇ ਮਾਸੜ ਨੇ ਮੇਰੇ ਨਾਂ ਤੇ 5 ਕਿੱਲੇ ਜ਼ਮੀਨ ਖਰੀਦੀ ਸੀ, ਉਹ ਸਾਰੀ ਦਾ ਠੇਕਾ ਇਹਨਾਂ ਕੋਲ ਹੀ ਤੇ ਹੁੰਦਾ, ਮੈਂ ਕਿਹੜਾ ਕਦੀ ਮੰਗਿਆ। ਪਰ ਮੇਰੀ ਧੀ ਦਾ ਦਿਨ ਤਿਉਹਾਰ ਮਾਨ ਸਨਮਾਨ ਤਾਂ ਕਰਨ। ਜਦ ਵੀ ਉਹ ਦਿੱਲੀੋਂ ਆਉਂਦੀ ਆ ਤਾਂ ਕਾਰ ਭਰ ਕੇ ਇਹਨਾਂ ਵਾਸਤੇ ਗਿਫਟ ਲਿਆਉਂਦੀ ਆ, ਤੇ ਇਹ ਉਹਨਾਂ ਨੂੰ ਇੱਕ ਪੈਸਾ ਵੀ ਸ਼ਗਨ ਦਾ ਨਹੀਂ ਪਾਉਂਦੇ। ਮਾਸੀ ਦੀ ਕੁੜੀ ਦੇ ਸਹੁਰੇ ਪਰਿਵਾਰ ਰੰਧਾਵਾ ਪਰਿਵਾਰ ਦਾ ਦਿੱਲੀ ਵਿੱਚ ਟਰਾਂਸਪੋਰਟ ਦਾ ਬਹੁਤ ਵੱਡਾ ਕਾਰੋਬਾਰ ਹੈ। ਸਾਡੀ ਭੈਣ ਨੂੰ ਤਾਂ ਕੋਈ ਲਾਲਚ ਨਹੀਂ, ਪਰ ਮਾਸੀ ਦੀ ਧੀ ਦਾ ਕੁਝ ਜ਼ਿਆਦਾ ਹੀ ਖਿਆਲ ਰਹਿੰਦਾ ਆ, ਕਿਉਂਕਿ ਮਾਵਾਂ ਫਿਰ ਵੀ ਮਾਵਾਂ ਹੀ ਹੁੰਦੀਆਂ। ਇਹਨੇ ਨੂੰ ਭਾਬੀ ਤੇ ਮੈਡਮ ਵਾਪਸ ਆ ਗਈਆਂ ਤਾਂ ਮਾਸੀ ਨੇ ਟੇਸ਼ਨ ਬਦਲ ਲਿਆ ਤੇ ਮੈਨੂੰ ਕਹਿੰਦੀ ਵੇ ਕਾਕਾ ਮੈਨੂੰ ਆਹੋ ਜੀ ਦਵਾਈ ਦੇ ਦੇ ਕਿ ਮੇਰੇ 2 ਸਾਲ ਹੋਰ ਨਿਕਲ ਜਾਣ, ਮੈਂ ਪੜਪੋਤੇ ਦਾ ਮੂੰਹ ਦੇਖ ਜਾਵਾਂ ਤੇ ਉਹਦੀ ਲੋਹੜੀ ਧੂਮ ਧਾਮ ਨਾਲ ਆਪਣੇ ਪੈਸਿਆਂ ਨਾਲ ਮਨਾ ਕੇ ਹੀ ਅਗਲੀ ਦਰਗਾਹ ਨੂੰ ਜਾਵਾਂ। ਮਾਸੀ ਨੂੰ ਪੁੱਤਰ ਦੇ ਪੋਤੇ ਨਾਲ ਮੋਹ ਤਾਂ ਹੈਗਾ ਹੀ ਆ, ਪਰ ਆਉਣ ਵਾਲੇ ਪੜਪੋਤੇ ਨਾਲ ਪਹਿਲਾਂ ਹੀ ਮੋਹ ਪਾਈ ਬੈਠੀ ਆ। ਪਰ ਨੂੰਹ ਤੇ ਪੋਤ ਨੂੰ ਉਹਦੇ ਨਾਲ ਰਾਸ ਨਹੀਂ ਰਲਾਉਂਦੀਆਂ। ਮੈਂ ਕਿਹਾ ਕੋਈ ਨਾ ਮਾਸੀ, ਮੈਂ ਇਹੋ ਜਿਹੀ ਦਵਾਈ ਦੇਣੀ ਆ ਕਿ ਪੜਪੋਤੇ ਦੀ ਲੋਹੜੀ ਤਾਂ 1 ਪੈਸੇ ਰਹੀ, ਤੂੰ ਪੜਪੋਤ ਨੂੰ ਵੀ ਵੇਖ ਕੇ ਜਾਵੇਂਗੀ, ਕੀ ਪਤਾ ਉਹ ਇਹਨਾਂ ਤੋਂ ਵੀ ਚੰਗੀ ਨਿਕਲੇ। ਤੇ ਮਾਸੀ ਹੱਸਦੀ ਹੋਈ ਕਹਿੰਦੀ ਕਰ ਲੈ ਤੂੰ ਵੀ ਮਾਂ ਨੂੰ ਮਸ਼ਕਰੀਆਂ, ਦਾਤੇ ਮੰਗਾਉਣਾ ਨਾ ਹੋਵੇ ਤਾਂ। ਕੋਈ 20 ਸਾਲ ਪੁਰਾਣੀ ਗੱਲ ਹੈ ਕਿ ਸਾਡੇ ਇੱਕ ਗਵਾਂਢਣ ਸੀਗੀ ਸ਼ਰਨ, ਇਹ ਸਾਨੂੰ ਅਮਨਜੀਤ ਕੌਰ ਸ਼ਰਮਾ ਹੋਣੀ ਲਿਖਦੇ ਨੇ, ਕਹਿੰਗੇ ਕਿ ਸ਼ਰਨ ਜਿਹੜੀ ਸੀ ਸਿਹਤ ਪੱਖੋਂ ਰੱਬ ਦੀ ਬਾਹਲੀ ਮਿਹਰ ਸੀ ਉਹਨਾਂ ਦੇ ਉੱਤੇ। ਫਿੱਟ ਹੋਣ ਦੀ ਤਮੰਨਾ ਨਾਲ ਕ੍ਰੈਸ਼ ਡਾਈਟਿੰਗ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਬੇਹੋਸ਼ ਹੋ ਕੇ ਡਿੱਗ ਪਈ। ਫਟਾਫਟ DMC ਹਸਪਤਾਲ ਲੈ ਗਏ, ਡਾਕਟਰਾਂ ਨੇ ਟੈਸਟ ਵਗੈਰਾ ਕਰਕੇ ਤੇ ਦਾਖਲ ਕਰ ਲਿਆ। ਸ਼ਾਮ ਨੂੰ ਮੈਂ ਵੀ ਆਪਣੇ ਹਿਸਾਬ ਨਾਲ ਉਹਨਾਂ ਦਾ ਹਾਲ ਚਾਲ ਪੁੱਛਣ ਗਈ। ਉੱਥੇ ਜਦੋਂ ਪੁੱਜੇ ਤੇ ਉਹਦਾ ਪਤੀ ਬਾਹਰ ਹੀ ਮਿਲ ਗਿਆ। ਜਦੋਂ ਹਾਲ ਚਾਲ ਪੁੱਛਿਆ ਤੇ ਤਾਂ ਮਾਰ ਰੋਣ ਲੱਗ ਪਿਆ। ਇਹਨੂੰ ਇਉਂ ਰੋਂਦਾ ਦੇਖ ਕੇ ਅਸੀਂ ਘਬਰਾ ਗਏ। ਉਹਨੇ ਰੋਂਦੇ ਨੇ ਦੱਸਿਆ ਕਿ ਡਾਕਟਰ ਨੇ ਕਹਿਤਾ ਅਜੇ ਤਾਂ ਕੁਛ ਵੀ ਨਹੀਂ, ਆਏ ਮੈਂ ਲੁੱਟਿਆ ਗਿਆ ਓਏ। ਮਰੀਜ਼ ਦੇ ਕਮਰੇ 'ਚ ਦੇਖਣ ਗਏ ਤਾਂ ਡਾਕਟਰ ਰਾਉਂਡ ਲੈ ਕੇ ਬਾਹਰ ਨਿਕਲ ਰਿਹਾ ਸੀ। ਕੁਦਰਤੀ ਮੇਰੇ ਸਾਹਿਬ ਦੇ ਬਹੁਤ ਚੰਗੇ ਦੋਸਤ ਸੀ ਡਾਕਟਰ ਸਾਹਿਬ। ਇਹਨਾਂ ਨੂੰ ਮਿਲੇ ਤੇ ਸ਼ਰਨ ਬਾਰੇ ਵੀ ਪੁੱਛਿਆ ਕਿ ਕੀ ਗੱਲ ਹੋ ਗਈ। ਡਾਕਟਰ ਸਾਹਿਬ ਕਹਿੰਦੇ ਸ਼ੀ ਇਜ਼ ਓਕੇ, ਯੂ ਮੇ ਟੇਕ ਹਰ ਹੋਮ। ਉਹਦਾ ਪਤੀ ਹੈਰਾਨ ਹੋਇਆ, ਕਦੀ ਮੇਰੇ ਵੱਲ ਵੇਖੇ ਤੇ ਕਦੀ ਡਾਕਟਰ ਵੱਲ। ਪਰ ਡਾਕਟਰ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਇਹਦੇ 'ਚ ਕੁਝ ਨਹੀਂ। ਓਹੋ, ਉਹ ਮੈਂ ਤਾਂ ਰਿਪੋਰਟ ਦੇਖ ਕੇ ਕਿਹਾ ਸੀ ਇਹਦੇ 'ਚ ਕੁਝ ਨਹੀਂ, ਲੈ ਜਾਓ ਮਰੀਜ਼ ਨੂੰ ਘਰ ਤੇ ਇਹਦੇ ਖਾਣ ਪੀਣ ਦਾ ਖਾਸ ਖਿਆਲ ਰੱਖਿਓ। ਕਦੀ ਇੰਝ ਵੀ ਹੁੰਦਾ। ਲੋਕ
ਆਵਾਜ਼ ਪ੍ਰੋਗਰਾਮ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਮਾਨੁਸ਼ ਪਾਰੇਜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਲਾਕਾਰ ਸਮਾਜ ਦਾ ਸਰਮਾਇਆ ਹੁੰਦੇ ਨੇ ਜੋ ਸਮਾਜ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਨੇ, ਨਵੀਂ ਸੇਧ ਦਿੰਦੇ ਨੇ, ਆਪਣੇ ਸੱਭਿਆਚਾਰ ਸਮਾਜਿਕ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਣ ਲਈ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਨੇ। ਐਸੀ ਇੱਕ ਸ਼ਖਸੀਅਤ ਨਾਲ ਅੱਜ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਲੋਕ ਸੰਗੀਤ ਅਤੇ ਰੰਗਮੰਚ ਨਾਲ ਆਪਣੀ ਇੱਕ ਵੱਖਰੀ ਹੀ ਪਹਿਚਾਣ ਬਣਾਈ। ਮੇਰੀ ਮੁਰਾਦ ਹੈ ਰਾਜਕੁਮਾਰ ਹੀਰਾ ਜੀ ਤੋਂ। ਪ੍ਰੋਗਰਾਮ ਲੋਕ ਆਵਾਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਰਾਜਕੁਮਾਰ ਹੀਰਾ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸੰਗੀਤ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਸੰਗੀਤ ਦੇ ਸਫ਼ਰ ਬਾਰੇ ਜੇ ਗੱਲ ਕਰੀਏ ਤੇ ਘਰ ਦੇ ਵਿੱਚ ਸੰਗੀਤ ਦਾ ਮਾਹੌਲ ਹੈ ਹੀ ਸੀ ਤੇ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰਤਾ। ਸਕੂਲ ਦੇ ਵਿੱਚ ਬਾਲ ਸਭਾਵਾਂ ਵਿੱਚ ਗਾਉਣਾ ਤੇ ਦਿਮਾਗ ਵੀ ਉਦੋਂ ਇੰਨਾ ਤੇਜ਼ ਹੁੰਦਾ ਸੀ ਕਿ ਮਾਰਕੀਟ ਵਿੱਚ ਕੋਈ ਵੀ ਗੀਤ ਆਉਂਦਾ ਸੀ ਤੇ ਝੱਟ ਯਾਦ ਹੋ ਜਾਂਦਾ ਸੀ। 9ਵੀਂ ਜਮਾਤ ਤੋਂ ਹੀ ਮੈਂ ਸੰਗੀਤ ਐਜ ਏ ਸਬਜੈਕਟ ਲੈ ਲਿਆ ਸੀ। ਪਿਆਰਾ ਲਾਲ ਮੇਰੇ ਸੰਗੀਤ ਦੇ ਪਹਿਲੇ ਗੁਰੂ ਸੀ। ਉਸ ਤੋਂ ਬਾਅਦ ਜਦੋਂ ਕਾਲਜ 'ਚ ਗਏ ਤੇ ਉੱਥੇ ਮੈਡਮ ਰੰਜਨਾ ਸ਼ਰਮਾ ਤੇ ਵਿਜੇਂਦਰ ਸਿੰਘ ਜੋਲੀ ਤੋਂ ਮੈਂ ਜਿਹੜੀ ਹੈ ਬਕਾਇਦਾ ਸੰਗੀਤ ਦੀ ਜਿਹੜੀ ਹੈ ਸਿੱਖਿਆ ਲਈ। ਕਾਲਜ ਲੈਵਲ ਤੇ ਜਿਹੜੇ ਵੀ ਕੰਪੀਟੀਸ਼ਨ ਹੁੰਦੇ ਸੀ ਉਹਨਾਂ 'ਚ ਭਾਗ ਲਿਆ ਤੇ ਕਾਫੀ ਕੰਪੀਟੀਸ਼ਨ ਜਿੱਤੇ ਵੀ ਤੇ ਨਾਲ ਨਾਲ ਮੈਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਦਾ ਰਿਹਾ। ਉਦੋਂ ਵਿਆਹਾਂ ਦੇ ਵਿੱਚ ਸਿਹਰੇ ਸਿੱਖਿਆ ਜਿਹੜੇ ਨੇ ਉਹ ਬੋਲਣ ਦਾ ਬਹੁਤ ਰਿਵਾਜ ਹੁੰਦਾ ਸੀ। ਉਹਨਾਂ ਵਿੱਚ ਵੀ ਮੈਂ ਬਹੁਤ ਵੱਧ ਚੜ੍ਹ ਕੇ ਹਿੱਸਾ ਜਿਹੜਾ ਸੀ ਲੈਂਦਾ ਰਿਹਾ। ਸਰ, ਕੋਈ ਦੋ ਲਾਈਨਾਂ ਗਾ ਕੇ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹੋਗੇ? ਪੰਜਾਬ ਦਾ ਇੱਕ ਲੋਕ ਗੀਤ ਛੱਲਾ, ਉਹਦੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ। ਹੋ ਜਾਵੋ ਨੀ ਕੋਈ ਮੋੜ ਲਿਆਵੋ ਤੇ ਮੇਰੇ ਨਾਲ ਗਿਆ ਅੱਜ ਲੜਕੇ ਅੱਲਾ ਕਰੇ ਆ ਜਾਵੇ ਸੋਣਾ ਤੇ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ। ਹੋ ਛੱਲਾ ਬੇਰੀ ਬੋਰੇ ਵੇ ਵਤਨ ਮਾਹਿਦਾ ਦੂਰੇ ਵੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਢੋਲਾ ਵੇ ਸਾੜ ਕੇ ਕੀਤਾ ਈ ਕੋਲਾ। ਵਾਹ 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 ਸਰ, ਬਹੁਤ ਖੂਬ। ਤੇ ਸਰ, ਤੁਸੀਂ ਰੰਗਮੰਚ ਵੱਲ ਕਿਵੇਂ ਜੁੜੇ? ਜਦੋਂ ਮੈਂ ਬੀਐਡ ਕਰਨ ਵਾਸਤੇ ਨਾ ਸੁਧਾਰ ਆਇਆ, ਸੁਧਾਰ ਕਾਲਜ 'ਚ ਜਦੋਂ ਮੈਂ ਐਡਮਿਸ਼ਨ ਲਈ ਉਦੋਂ ਇੱਕ ਨਾਟਕ ਕਾਲਜ ਦੇ ਵਿੱਚ ਤਿਆਰ ਕੀਤਾ ਗਿਆ, ਸਾਨੂੰ ਜੂਨ ਦਾ ਹੱਕ ਚਾਹੀਦਾ। ਉਹਦੇ ਵਿੱਚ ਮੈਂ ਇੰਸਪੈਕਟਰ ਦਾ ਰੋਲ ਕੀਤਾ ਜੋ ਲੋਕਾਂ ਨੇ ਬਹੁਤ ਸਲਾਹਿਆ। ਉਹਦੇ ਨਾਲ ਮੇਰੀ ਰੁਚੀ ਜਿਹੜੀ ਹੈ ਉਹ ਥੀਏਟਰ ਵੱਲ ਵੀ ਹੋ ਗਈ। ਤੇ ਸਰ, ਤੁਸੀਂ ਰੰਗਮੰਚ ਲਈ ਕੋਈ ਖਾਸ ਟ੍ਰੇਨਿੰਗ ਵੀ ਲਈ? ਉਹਨਾਂ ਦਿਨਾਂ ਵਿੱਚ ਨਾ ਇੱਕ ਭਾਰਤ ਗਿਆਨ ਵਿਗਿਆਨ ਸਮਿਤੀ ਦਾ ਪ੍ਰੋਜੈਕਟ ਚੱਲ ਰਿਹਾ ਸੀ ਤੇ ਉਹਦੇ ਦਰਮਿਆਨ ਇੱਕ ਚੰਡੀਗੜ੍ਹ 'ਚ ਵਰਕਸ਼ਾਪ ਲੱਗੀ ਸੀ ਜਿਹਦੇ ਵਿੱਚ ਹਰ ਜ਼ਿਲ੍ਹੇ ਵਿੱਚੋਂ ਦੋ ਜਿਹੜੇ ਸੀ ਕਲਾਕਾਰ ਭਾਗ ਲੈਣ ਵਾਸਤੇ ਗਏ ਤੇ ਉਹਦੇ ਵਿੱਚ ਮੈਂ ਲੁਧਿਆਣੇ ਜ਼ਿਲ੍ਹੇ ਵੱਲੋਂ ਗਿਆ ਸੀ ਤੇ ਉੱਥੇ ਟ੍ਰੇਨਿੰਗ ਜਿਹੜੀ ਹੈ ਸਾਨੂੰ ਭਾਜੀ ਗੁਰਸ਼ਰਨ ਜੀ ਨੇ ਦਿੱਤੀ ਸੀ ਤੇ ਫਿਰ ਅਸੀਂ ਆ ਕੇ ਇੱਥੇ ਟੀਮ ਬਣਾਈ ਲੁਧਿਆਣੇ ਜ਼ਿਲ੍ਹੇ 'ਚ ਤੇ ਪਿੰਡ ਪਿੰਡ ਜਾ ਕੇ ਅਸੀਂ ਫਿਰ ਜਿਹੜੇ ਨੇ ਪ੍ਰੋਗਰਾਮ ਜਿਹੜੇ ਸੀ ਉਹ ਕੀਤੇ ਤੇ ਇਸ ਤੋਂ ਇਲਾਵਾ ਹੋਰ ਵੀ ਕਈਆਂ ਕਿਵੇਂ ਗੁਰੂਆਂ ਕੋਲੋਂ ਜਿਹੜੀ ਹੈ ਟ੍ਰੇਨਿੰਗ ਲਈ ਹੈ। ਹਾਂਜੀ ਸਰ, ਤੁਹਾਨੂੰ ਕਿਹੜੇ ਥੀਏਟਰ ਗਰੁੱਪਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ? ਕਾਫੀ ਥੀਏਟਰ ਗਰੁੱਪਾਂ ਨਾਲ ਮੈਂ
ਕੰਮ ਕੀਤਾ, ਚੰਗੇ ਚੰਗੇ ਸੁਲਝੇ ਹੋਏ ਨਿਰਦੇਸ਼ਕਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚੋਂ ਡਾਕਟਰ ਹੀਰਾ ਸਿੰਘ ਜੀ ਰੰਧਾਵਾ ਜਿਨ੍ਹਾਂ ਦਾ ਹਾਰਟ ਥੀਏਟਰ ਲੁਧਿਆਣਾ, ਉਸ ਤੋਂ ਇਲਾਵਾ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਹਰਕੇਸ਼ ਚੌਧਰੀ ਜੀ, ਇਸ ਤੋਂ ਇਲਾਵਾ ਰੰਗ ਮੰਚ ਰੰਗ ਨਗਰੀ ਕਲੋਚਨ ਸਿੰਘ ਜੀ ਦਾ, ਇਸ ਤੋਂ ਇਲਾਵਾ ਮੈਡਮ ਨਿਰਮਲ ਰਿਸ਼ੀ ਜੀ ਨਾਲ ਬਹੁਤ ਕੰਮ ਕੀਤਾ, ਡਾਕਟਰ ਐਸ.ਐਨ. ਸੇਵਕ ਜੀ ਨਾਲ ਕਾਫੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਕੁਝ ਇਹਨਾਂ ਕੋਲ ਸਿੱਖਿਆ ਵੀ ਹੈ। ਤੇ ਸਰ ਤੁਸੀਂ ਨਿਰਮਲ ਰਿਸ਼ੀ ਜੀ ਦਾ ਨਾਮ ਲਿਆ ਤੇ ਉਹਨਾਂ ਦੀਆਂ ਨਾਟਕਾਂ ਦੀ ਕੋਈ ਦੋ ਲਾਈਨਾਂ? ਹਾਂਜੀ, ਨਿਰਮਲ ਰਿਸ਼ੀ ਜੀ ਨਾਲ ਵੀ ਮੈਨੂੰ ਕੰਮ ਕਰਨ ਦਾ ਕਾਫੀ ਮੌਕਾ ਮਿਲਿਆ। ਉਹਨਾਂ ਦਾ ਇੱਕ ਬਹੁਤ ਹੀ ਮਕਬੂਲ ਨਾਟਕ ਸਾਵੀ ਇੱਕੋ ਇੱਕ ਨਾਟਕ ਹੈ ਜਿਹੜਾ ਕਿ ਵਿਧਾਨ ਸਭਾ 'ਚ ਅਸੀਂ ਪੇਸ਼ ਕੀਤਾ ਸੀ। ਉਹ ਨਾਟਕ ਦੀਆਂ ਮੈਂ ਦੋ ਲਾਈਨਾਂ ਤੁਹਾਡੀ ਨਜ਼ਰ ਕਰ ਰਿਹਾ। ਜ਼ਰੂਰ। ਚੌਲਾਂ ਦੀਆਂ ਦੋ ਕਣੀਆਂ ਚੌਲਾਂ ਦੀਆਂ ਦੋ ਕਣੀਆਂ ਹਾਏ ਓਏ ਮੈਂਡੇ ਡਾਡਿਆ ਰੱਬਾ ਕੀ ਸੋਚਿਆ ਤੇ ਕੀ ਬਣਿਆ ਹਾਏ ਓਏ ਮੈਂਡੇ ਡਾਡਿਆ ਰੱਬਾ। ਵਾਹ ਵਾਹ, ਕੀ ਖੂਬ ਗਾਇਆ। ਜਿਵੇਂ ਕਿ ਤੁਸੀਂ ਕਈ ਨਾਟਕਾਂ ਵਿੱਚ ਸੰਗੀਤ ਦਿੱਤਾ ਤੇ ਗਾਇਆ ਵੀ, ਕੀ ਉਹਨਾਂ ਵਿੱਚੋਂ ਕੋਈ ਦੋ ਕੁ ਲਾਈਨਾਂ ਸੁਣਾਓਗੇ? ਹਾਂ, ਜਿਨ੍ਹਾਂ ਨਾਟਕਾਂ ਪਿੱਛੇ ਮੈਂ ਸੰਗੀਤ ਦਿੱਤਾ ਉਹਨਾਂ ਵਿੱਚੋਂ ਮੈਂ ਕੁਝ ਲਾਈਨਾਂ ਤੁਹਾਨੂੰ ਸੁਣਾਉਣਾ। ਮੈਂ ਔਰਤ ਹਾਂ ਜਗ ਦੀ ਜਣਨੀ, ਮੇਰੀ ਦਰਦ ਕਹਾਣੀ ਹੈ ਵੇ, ਮੇਰੀ ਦਰਦ ਕਹਾਣੀ ਹੈ ਵੇ। ਸੁਣ ਸਕਦੇ ਤਾਂ ਸੁਣ ਕੇ ਜਾਵੀਂ, ਸੁਣ ਸਕਦੇ ਤਾਂ ਸੁਣ ਕੇ ਜਾਵੀਂ, ਮੇਰੀ ਕਥਾ ਪੁਰਾਣੀ ਹੈ ਵੇ, ਮੇਰੀ ਦਰਦ ਕਹਾਣੀ ਹੈ ਵੇ, ਮੇਰੀ ਦਰਦ ਕਹਾਣੀ ਹੈ ਵੇ। ਬਹੁਤ ਖੂਬ ਜੀ, ਬਹੁਤ ਖੂਬ। ਕੁਝ ਦੋ ਕੁ ਲਾਈਨਾਂ ਹੋਰ ਸੁਣਾਓਗੇ? ਇੱਕ ਨਾਟਕ ਸੀ ਤੁਖ ਦੇ ਕਲੀਰੇ, ਉਹ ਨਾਟਕ ਦੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ। ਜ਼ਰੂਰ। ਪਗੜੀ ਵੇ ਬਾਬਲ ਤੇਰੀ ਪਗੜੀ, ਪਗੜੀ ਵੇ ਬਾਬਲ ਤੇਰੀ ਪਗੜੀ, ਚਾਰ ਗਜ਼ਾਂ ਦੀ ਮਲ ਮਲ ਬਾਪੂ, ਹੱਥ ਕੜੀਆਂ ਤੋਂ ਤਗੜੀ, ਪਗੜੀ ਵੇ ਬਾਬਲ ਤੇਰੀ ਪਗੜੀ। ਇੱਕ ਚੰਨ ਬਾਹਾਂ ਖੋਲ ਉਡੀਕੇ, ਤਾਰੇ ਨਾਲ ਅਨੇਕਾਂ, ਪਰ ਕਿੰਜ ਪਰਾਂ ਉਡਾਰੀ ਵੇ, ਮੇਰੇ ਖੰਭਾਂ ਦੇ ਵਿੱਚ ਮੇਖਾਂ, ਖੰਭਾਂ ਵਿੱਚ ਮਰ ਗਈ ਉਡਾਰੀ, ਨਾ ਬੋਲੀ ਨਾ ਝਗੜੀ, ਪਗੜੀ
बाबुल तेरी पगड़ी, पगड़ी वे बाबुल तेरी पगड़ी। ਬਹੁਤ ਖੂਬ ਜੀ, ਬਹੁਤ ਖੂਬ। ਤੇ ਆਪਣੀ ਸਰ ਹੋਰ ਨਾਟਕਾਂ ਦੇ ਥੋੜਾ ਜਿਹਾ ਚਾਨਣਾ ਪਾਓ ਜਿਹੜੇ ਤੁਸੀਂ ਕੀਤੇ ਨੇ। ਜੀ ਹਾਂ, ਨਾਟਕ ਤਾਂ ਅਨੇਕਾਂ ਹੀ ਕੀਤੇ ਨੇ, ਪਰ ਜਿਨ੍ਹਾਂ ਵਿੱਚੋਂ ਮੈਨੂੰ ਖਾਸ ਯਾਦ ਹੈ, ਜਿਵੇਂ ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਨਵਾਂ ਜਨਮ, ਸੁੱਕੀ ਕੁੱਖ, ਸਵੇਰ ਹੋਣ ਤੱਕ, ਕੁਕਨਸ ਕਦੇ ਮਰਦਾ ਨਹੀਂ, ਕਾਂਗਿਆਰੀ। ਇਸ ਤੋਂ ਇਲਾਵਾ ਹੋਰ ਵੀ ਕਈ ਨਾਟਕ ਨੇ ਜਿਹੜੇ ਮਤਲਬ ਅਸੀਂ ਪਿੰਡ ਪਿੰਡ ਜਾ ਕੇ ਕੀਤੇ ਨੇ। ਤੇ ਸਰ ਤੁਹਾਨੂੰ ਫਿਲਮਾਂ 'ਚ ਕੰਮ ਕਰਨ ਦਾ ਵੀ ਮੌਕਾ ਮਿਲਿਆ? ਹਾਂ, ਮੈਂ ਕੁਝ ਸ਼ਾਰਟ ਫਿਲਮਾਂ 'ਚ ਵੀ ਕੰਮ ਕੀਤਾ ਤੇ ਵੱਡੀਆਂ ਫਿਲਮਾਂ 'ਚ ਵੀ ਕੰਮ ਕੀਤਾ, ਜਿਨ੍ਹਾਂ ਦੇ ਵਿੱਚੋਂ ਜਿੱਲਣ, ਅੜੇ ਸੋ ਚੜੇ, ਲੋਹੜੀ ਧੀਆਂ ਦੀ, ਰੰਗਾ 420, ਫਿਰ ਇਸ ਤੋਂ ਇਲਾਵਾ ਵੱਡੇ ਬਸਤ ਦੀਆਂ ਫਿਲਮਾਂ ਸੀ ਦਾ ਵੂਮਨ ਆਫ ਦਾ ਈਸਟ, ਇਹ ਜਨਮ ਤੁਮਾਰੇ ਲੇਖੇ, ਜਿਹੜੀ ਕਿ ਬਹੁਤ ਮਕਬੂਲ ਫਿਲਮ ਹੋਈ ਹੈ, ਬਹੁਤ ਹਿੱਟ ਫਿਲਮ ਹੋਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਛੋਟੀ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ। ਅੱਜ ਕੱਲ੍ਹ ਜਿਹੋ ਜਿਹਾ ਦੌਰ ਚੱਲ ਰਿਹਾ ਹੈ ਤੇ ਜਿਵੇਂ ਦੇ ਧੂਮ ਧੜੱਕੇ ਵਾਲੇ ਗਾਣੇ ਚੱਲ ਰਹੇ ਨੇ, ਕਿ ਲੋਕ ਤੁਹਾਡੇ ਨਾਟਕਾਂ ਨੂੰ ਦੇਖਣਾ ਪਸੰਦ ਕਰਦੇ ਨੇ? ਇਸ ਤਰ੍ਹਾਂ ਜੀ ਕਿ ਮੇਰੀ ਆਪਣੀ ਵੀ ਇਹ ਸੋਚ ਸੀ ਕਿ ਮੈਂ ਜਦੋਂ ਪਹਿਲੀ ਵਰਕਸ਼ਾਪ ਲਾਉਣ ਗਿਆ ਚੰਡੀਗੜ੍ਹ, ਉੱਥੇ ਜਦੋਂ ਅਸੀਂ ਅਨਪੜ੍ਹਤਾ ਦੇ ਖਿਲਾਫ, ਭਰੂਣ ਹੱਤਿਆ ਦੇ ਖਿਲਾਫ ਜਾਂ ਨਸ਼ੇ ਦੇ ਖਿਲਾਫ ਜਦੋਂ ਅਸੀਂ ਗੀਤ ਤਿਆਰ ਕਰਦੇ ਸੀ, ਤੇ ਮੈਂ ਮਨ 'ਚ ਸੋਚਦਾ ਸੀ ਪਰ ਕੀ ਲੋਕ ਸਾਡੇ ਗੀਤ ਸੁਣਨਗੇ, ਸਾਡਾ ਪ੍ਰੋਗਰਾਮ ਦੇਖਣਗੇ? ਪਰ ਜਦੋਂ ਫੀਲਡ 'ਚ ਗਏ, ਲੋਕਾਂ ਦੇ ਵਿੱਚ ਜਦੋਂ ਅਸੀਂ ਵਿਚਰੇ, ਤੇ ਉਦੋਂ ਸਾਨੂੰ ਪਤਾ ਲੱਗਾ ਕਿ ਲੋਕ ਚੰਗਾ ਪ੍ਰੋਗਰਾਮ, ਮਿਆਰੀ ਪ੍ਰੋਗਰਾਮ, ਚੰਗੇ ਗੀਤ ਸੁਣਨਾ ਚਾਹੁੰਦੇ ਨੇ। ਲੋਕ ਸਾਨੂੰ ਇਹ ਕਹਿੰਦੇ ਰਹੇ ਨੇ ਕਿ ਫੇਰ ਕਦੋਂ ਆਓਗੇ। ਠੀਕ ਹੈ, ਲੋਕ ਸੁਣਦੇ ਨੇ ਜੇ ਕਲਾਕਾਰ ਚੰਗਾ ਸੰਗੀਤ, ਚੰਗੇ ਪ੍ਰੋਗਰਾਮ ਪੇਸ਼ ਕਰਨ ਤੇ ਲੋਕ ਜ਼ਰੂਰ ਸੁਣਦੇ ਨੇ। ਜਿਵੇਂ ਕਿ ਤੁਸੀਂ ਸਾਥਕਤਾ ਨਾਲ ਵੀ ਜੁੜੇ ਰਹੇ ਹੋ, ਲੋਕਾਂ ਨੂੰ ਜਾਗਰੂਕ ਕਰਨ ਲਈ ਤੁਸੀਂ ਕਿਸ ਤਰ੍ਹਾਂ ਦੇ ਗੀਤ ਗਾਉਂਦੇ ਸੀ, ਕੁਝ ਉਸ ਬਾਰੇ ਵੀ ਚਾਨਣਾ ਪਾਓ ਤੇ ਸਾਨੂੰ ਦੋ ਗੱਲਾਂ ਤੁਸੀਂ ਸੁਣਾਓ। ਜ਼ਰੂਰ ਜੀ ਜ਼ਰੂਰ। ਇੱਕ ਗੀਤ ਸੀ ਜਿਹੜਾ ਅਸੀਂ ਪਿੰਡ ਪਿੰਡ ਜਾ ਕੇ ਗਾਉਂਦੇ ਰਹੇ ਹਾਂ, ਗਲ 'ਚ ਢੋਲਕੀ ਪਾ ਕੇ ਤੇ ਸਾਰੇ ਗਲੀਆਂ 'ਚ ਗਾਉਣਾ ਤੇ ਲੋਕਾਂ ਨੂੰ ਇਕੱਠਿਆਂ ਕਰਕੇ ਫਿਰ ਆਪਣਾ ਜਿਹੜਾ ਨਾਟਕ ਪੇਸ਼ ਕਰਨੇ, ਤੇ ਉਹਨਾਂ ਵਿੱਚੋਂ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਰਿਹਾ। ਹੋਣ ਨਾ ਪੰਜ ਪਾਣੀ ਬਦਨਾਮ, ਹੋਣ ਨਾ ਪੰਜ ਪਾਣੀ ਬਦਨਾਮ, ਖਾਵੋ ਵੇ ਸਾਂਝਾਂ ਦੀ ਚੂਰੀ, ਖਾਵੋ ਵੇ ਸਾਂਝਾਂ ਦੀ ਚੂਰੀ, ਪੀਵੋ ਵੇ ਕੇ ਦਾ ਜਾਮ, ਹੋਣ ਨਾ ਪੰਜ ਪਾਣੀ ਬਦਨਾਮ, ਹੋਣ ਨਾ ਪੰਜ ਪਾਣੀ ਬਦਨਾਮ। ਜਾਂ ਜਿਸ ਤਰ੍ਹਾਂ ਸੀ, ਮਾਏ ਮੇਰੀ ਨੀ ਮੈਨੂੰ ਬੜਾ ਚਾਅ, ਲੈ ਦੇ ਮੈਨੂੰ ਫੱਟੀ ਬਸਤਾ, ਮਾਏ ਮੇਰੀ ਨੀ ਮੈਨੂੰ ਬੜਾ ਚਾਅ, ਲੈ ਦੇ ਮੈਨੂੰ ਫੱਟੀ ਬਸਤਾ, ਮੇਰਾ ਇਹਦੇ 'ਚ ਭਵਿੱਖ ਲਿਖਿਆ, ਲੈ ਦੇ ਮੈਨੂੰ ਫੱਟੀ ਬਸਤਾ, ਮਾਏ ਮੇਰੀ ਨੀ ਮੈਨੂੰ ਬੜਾ ਚਾਅ, ਲੈ ਦੇ ਮੈਨੂੰ ਫੱਟੀ ਬਸਤਾ। ਬਹੁਤ ਖੂਬ, ਬਹੁਤ। ਜਿਵੇਂ ਕਿ ਤੁਸੀਂ ਇੱਕ ਅਧਿਆਪਕ ਵੀ ਹੋ ਤੇ ਤੁਸੀਂ ਬੱਚਿਆਂ ਲਈ ਕੀ ਕੁਝ ਕਰ ਰਹੇ ਹੋ? ਤੋਂ ਹੀਰਾ ਸਿੰਘ ਜੀ ਰੰਧਾਵਾ ਇੱਥੇ ਇੰਡੀਆ ਵਿੱਚ ਸੀ, ਤੇ ਉਹਨਾਂ ਨਾਲ ਰਲ ਕੇ ਅਸੀਂ ਬੱਚਿਆਂ ਦੀ ਵਰਕਸ਼ਾਪ ਹਰ ਸਾਲ ਲਾਉਂਦੇ ਰਹੇ ਹਾਂ। ਉਹਨਾਂ ਦੇ ਕੈਨੇਡਾ ਜਾਣ ਤੋਂ ਬਾਅਦ ਇਸ ਲੜੀ ਨੂੰ ਅਸੀਂ ਤੋਰੀ ਰੱਖਿਆ, ਤੇ ਮੈਂ ਹਰ ਸਾਲ ਬੱਚਿਆਂ ਦੀ ਜਿਹੜੀ ਹੈ ਵਰਕਸ਼ਾਪ ਲਗਾਉਣਾ, ਜਿਹਦੇ ਵਿੱਚ ਨਾਟਕ, ਗੀਤ, ਪੰਜਾਬੀ ਸੱਭਿਆਚਾਰ ਨਾਲ ਜੁੜਨ ਦਾ ਬੱਚਿਆਂ ਦੀ ਕੋਸ਼ਿਸ਼ ਕਰੀਦੀ ਆ। ਉਹਨਾਂ ਨੂੰ
ਘੋੜੀਆਂ, ਸੁਹਾਗ, ਲੋਕ ਗੀਤ ਹੈ ਕੀ ਨੇ, ਇਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦੇਈਦੀ ਆ ਤੇ ਉਹ ਬੱਚੇ ਦਾ ਪੂਰਾ ਲਾਭ ਵੀ ਉਠਾਉਂਦੇ ਨੇ। ਲਗਭਗ ਮੇਰੇ ਖਿਆਲ 30-35 ਸਾਲ ਹੋ ਗਏ ਸਾਨੂੰ ਇਹ ਵਰਕਸ਼ਾਪ ਲਾਉਂਦਿਆਂ ਨੂੰ। ਤੇ ਜਾਂਦੇ ਜਾਂਦੇ ਹੁਣ ਸਾਡੇ ਦਰਸ਼ਕਾਂ ਨੂੰ ਕੁਝ ਆਪਣੇ ਮਨਪਸੰਦ ਦੀਆਂ 2 ਲਾਈਨਾਂ। ਜ਼ਰੂਰ ਜੀ। ਕੁੜੀਆਂ ਧਰਤੀ ਦਾ ਗਹਿਣਾ ਨੇ, ਕੁੜੀਆਂ ਧਰਤੀ ਦਾ ਗਹਿਣਾ ਨੇ, ਕਦੇ ਮਾਵਾਂ ਨੇ ਕਦੇ ਧੀਆਂ ਨੇ, ਕਦੇ ਮਾਵਾਂ ਨੇ ਕਦੇ ਧੀਆਂ ਨੇ, ਕਦੇ ਪਿਆਰ ਦੀ ਮੂਰਤ ਪੈਣਾ ਨੇ, ਕੁੜੀਆਂ ਧਰਤੀ ਦਾ ਗਹਿਣਾ ਨੇ, ਕੁੜੀਆਂ ਧਰਤੀ ਦਾ ਗਹਿਣਾ ਨੇ, ਕੁੜੀਆਂ ਧਰਤੀ ਦਾ ਗਹਿਣਾ ਨੇ। ਜਾਂਦੇ ਜਾਂਦੇ ਸਾਡੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਵਿਚਾਰ ਚਰਚਾ 'ਚ ਤੁਸੀਂ ਵੱਖ-ਵੱਖ ਲੋਕਾਂ ਦੇ ਵਿਚਾਰ ਜਿਹੜੇ ਅਸੀਂ ਇਕੱਠੇ ਕਰਕੇ ਉਹਨਾਂ ਦੇ ਉੱਤੇ ਆਧਾਰਿਤ ਬਣਾਉਂਦੇ ਆ ਪ੍ਰੋਗਰਾਮ, ਉਹ ਅਕਸਰ ਵੇਖਦੇ ਹੋ। ਇਸ ਵਾਰੀ ਦਾ ਜਿਹੜਾ ਵਿਸ਼ਾ ਹੈ ਸਾਡਾ ਉਹ ਹੈ ਕਵਿਤਾ ਦੇ ਜੇਠ। ਇੱਕ ਬੜੀ ਮਸ਼ਹੂਰ ਲੋਕ ਬੋਲੀ ਹੈ, ਤੂੰ ਛੜੇ ਜੇਠ ਤੋਂ 5 ਰੁਪਏ ਕਿਹੜੇ ਮੂੰਹ ਨਾਲ ਮੰਗੇ। ਇਹ ਲੋਕ ਬੋਲੀ ਹੈ ਜਿਹੜੀ ਔਰਤ ਮਨ ਦੀ ਵੇਦਨਾ ਨੂੰ ਪ੍ਰਗਟ ਕਰਦੀ ਹੈ, ਪਰ ਉਹ ਜੇਠ ਦੇ ਕੋਲੋਂ ਹੀ ਕਿਉਂ 5 ਰੁਪਏ ਮੰਗਦੀ ਆ? ਇਹਦਾ ਮਨੋਵਿਗਿਆਨਕ ਵਿਸ਼ਲੇਸ਼ਣ ਤਾਂ ਮਨੋਵਿਗਿਆਨੀ ਕਰ ਸਕਦੇ ਨੇ, ਪਰ ਇਹਦੇ ਅੰਦਰ ਛੁਪਿਆ ਸੱਚ ਇਹ ਹੈ ਜਿਸ ਨੂੰ ਅਸੀਂ ਨਾ ਤਾਂ ਨਕਾਰਦੇ ਹਾਂ ਤੇ ਨਾ ਹੀ ਸਵੀਕਾਰਦੇ ਹਾਂ, ਪਰ ਸੱਚ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ। ਖੈਰ ਤੁਸੀਂ ਆਪੇ ਹੀ ਲਾਓ ਲੱਖਣ ਤੇ ਕਰੋ ਵਿਚਾਰ। ਜੇਠਾ ਵੇ ਦੇ 5 ਰੁਪਏ ਮੈਂ ਚੜਾਉਣੀਆਂ ਵੰਗਾਂ। ਆ ਹੁਣ ਜਦੋਂ ਦੀ ਧਰਤੀ ਗਲੋਬਲ ਹੋਈ ਹੈ, ਫੇਸਬੁੱਕ, ਟਵਿੱਟਰ ਤੇ ਇੰਟਰਨੈਟ ਆਇਆ, ਬਸ ਉਦੋਂ ਤੋਂ ਹੀ ਕਵਿਤਾ ਦੀਆਂ ਬਾਹਾਂ ਵਿੱਚ ਵੰਗਾਂ ਚੜਾਉਣ ਵਾਲਿਆਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ। ਜਿਸ ਦੇ ਚਿੱਤ ਵਿੱਚ ਜੋ ਆਉਂਦਾ ਉਹ ਕਵਿਤਾ ਦੇ ਨਾਂ ਦੇ ਉੱਤੇ ਬਹਿ ਕੜਾਹ ਵਾਂਗ ਪਰੋਸੀ ਜਾ ਰਿਹਾ। ਪੰਜਾਬੀ ਵਿੱਚ ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ ਇਸ ਵੇਲੇ ਤੇ ਛਪ ਰਹੀ ਆ। ਇਹ ਕਵਿਤਾ ਦੇ ਨਾਂ ਹੇਠ ਵੰਗਾਂ ਵੀ ਕੱਚ ਦੀਆਂ ਨੇ ਤੇ ਰੰਗ ਬਰੰਗੀਆਂ, ਕਾਲੀਆਂ, ਪੀਲੀਆਂ, ਨੀਲੀਆਂ ਤੇ ਚਿੱਟੀਆਂ ਜਿਹੜੀਆਂ ਪਾਠਕਾਂ ਨੂੰ ਪਹਿਨਾਈਆਂ ਜਾਂਦੀਆਂ ਨੇ। ਪਰ ਕੱਚ ਦੇ ਸੱਚ ਨੂੰ ਕੋਈ ਨਹੀਂ ਜਾਣਦਾ। ਕੱਚੀ ਯਾਰੀ ਲੱਡੂਆਂ ਦੀ, ਇਸ ਬੋਲ ਦੇ ਵਾਂਗ ਹਰ ਕੋਈ ਆਪਣੀ ਟੁੱਟੀ ਯਾਰੀ ਦੇ ਕੀਰਨੇ ਪਾਉਂਦਾ ਤੇ ਕਵਿਤਾ ਦੀਆਂ ਬਾਹਾਂ ਵਿੱਚ ਵੰਗਾਂ ਚੜਾਉਂਦਾ ਹੈ, ਪਰ ਉਹਨਾਂ ਨੂੰ ਨਾ ਤਾਂ ਕੱਚ ਦੀ ਤਾਸੀਰ, ਰੰਗਾਂ ਦੀ ਭਾਸ਼ਾ, ਬੋਲੀ ਤੇ ਉਹਦੇ ਸੁਭਾਅ ਦਾ ਗਿਆਨ ਤੇ ਨਾ ਹੀ ਸਮਝ ਹੈ। ਹਾਂ, ਜੇ ਉਹਨਾਂ ਨੂੰ ਗਿਆਨ ਹੋਵੇ ਤਾਂ ਕਵਿਤਾ ਦੀ ਵੰਗਾਂ ਨਾ ਚੁੱਕੀ ਫਿਰ। ਜਿਨ੍ਹਾਂ ਨੂੰ ਕਵਿਤਾ ਲਿਖਣ ਦਾ ਪਤਾ ਚੱਲ ਜਾਂਦਾ ਹੈ ਉਹ ਸਾਹਿਤ ਦੇ ਉਸਤਾਦ ਮਿਸਤਰੀ ਬਣ ਜਾਂਦੇ ਨੇ ਤੇ ਫਿਰ ਉਹ ਕਵਿਤਾ ਲਿਖਣ ਵਾਲੇ ਠੇਕੇਦਾਰ ਬਣ ਜਾਂਦੇ ਨੇ। ਬਹੁਤ ਸਾਰੇ ਠੇਕੇਦਾਰ ਨੇ। ਹੁਣ ਜਦੋਂ ਦਾ ਕਿਤਾਬ ਛਾਪਣ ਦਾ ਕੰਮ ਸੁਖਾਲਾ ਹੋਇਆ, ਇਹਨਾਂ ਨੇ ਕੋਈ ਕਵੀ ਤੇ ਕਵਿਤਰੀ ਬਣਾ ਦਿੱਤੀ ਜਿਹਦੀ ਜੇਬ 'ਚ 4 ਦਮੜੇ ਨੇ। ਉਹ ਆਪਣੀਆਂ ਵੰਗਾਂ ਦੀ ਪਟਾਰੀ ਚੁੱਕ ਕੇ ਪ੍ਰਕਾਸ਼ ਦੇ ਮੱਥੇ ਵਿੱਚ ਇੱਟ ਵਾਂਗ ਵੱਜਦਾ। ਅੱਗੋਂ ਪ੍ਰਕਾਸ਼ਕ ਵੀ ਘਰੇ ਆਈ ਵਿਆਹ ਦੀ ਡੋਲੀ ਵਾਂਗ ਉਹਦਾ ਸਵਾਗਤ ਕਰਦਾ। ਉਹ ਪਹਿਲਾਂ ਤਾਂ ਉਹਦੇ ਸਿਰ ਤੋਂ ਪਾਣੀ ਵਾਰ ਕੇ ਪੀਂਦਾ, ਅਸੀਸਾਂ ਦਿੰਦਾ ਤੇ ਆਂਢਣਾ ਗੁਆਂਢਣਾ ਵਾਂਗ ਉਹਦੀ ਸਾਹਿਤ ਪਟਾਰੀ ਲਈ ਸਾਹਿਤ ਦੇ ਵਿਦਵਾਨ ਮਰਾਸੀਆਂ ਤੋਂ ਸਿਹਰੇ ਲਿਖਵਾਉਂਦਾ ਤੇ ਰਿਲੀਜ਼ ਸਮਾਗਮ ਤੇ ਪੜ੍ਹਦਾ। ਉਂਝ ਤਾਂ ਪ੍ਰਕਾਸ਼ਕ ਦੀਆਂ ਪੌੜੀਆਂ ਚੜ੍ਹ ਕੇ ਹੀ ਪਤਾ ਲੱਗਦਾ ਕਿ ਪ੍ਰਕਾਸ਼ਕ ਕੀ ਤਾਰੇ ਵਿਖਾਉਂਦਾ। ਜਿਵੇਂ ਪੁਲਿਸ ਵਾਲੇ ਪਰਚਾ ਦਰਜ ਕਰਨ ਤੇ ਕੇਸ ਭੁਗਤਣ ਤੇ ਦੁੱਖ ਦਿੰਦੇ ਨੇ, ਦੁੱਖ ਸੱਚੀ ਦਿੰਦੇ ਨੇ, ਤੇ ਅੱਜ ਕੱਲ੍ਹ ਹਸਪਤਾਲ ਵਾਲੇ ਮਰੀਜ਼ਾਂ ਦੇ ਵਾਰਸਾਂ ਨੂੰ ਡਰਾਉਂਦੇ ਨੇ ਤੇ ਵਰਚਾਉਂਦੇ ਵੀ ਨਹੀਂ। ਮਰੀਜ਼ ਭਾਵੇਂ ਠੀਕ ਵੀ ਹੋਏ ਪਰ ਨਾਲ ਆਏ ਦੀਆਂ ਪਦੀੜਾਂ ਪਵਾ ਦਿੰਦੇ। ਹੁਣ ਤਾਂ ਹਸਪਤਾਲਾਂ ਵਾਲਿਆਂ ਨੇ ਬਾਉਂਸਰ ਵੀ ਰੱਖ ਲਿਆ। ਲੇਖਕਾਂ, ਕਵੀਆਂ ਤੇ ਕਵਿਤਰੀਆਂ ਤੇ ਪ੍ਰਕਾਸ਼ਕਾਂ ਨੇ ਜਿਵੇਂ ਆਲੋਚਕ ਰੱਖੇ ਹੋਏ ਆ, ਪਰ ਸਭ ਦਾ ਕੰਮ ਇੱਕੋ ਜਿਹਾ ਹੀ ਹੈ, ਝੂਠ ਨੂੰ ਸੱਚ ਬਣਾਉਣਾ। ਖੈਰ, ਆਪਾਂ ਤਾਂ ਜੇਠ ਦੀ ਗੱਲ ਕਰਦੇ ਪਏ ਸੀ। ਜਦੋਂ ਦਾ WhatsApp, Facebook ਇਹਦੇ ਉੱਤੇ ਮੇਰੀ ਪਤਨੀ ਨੇ ਖਾਤਾ ਖੋਲ੍ਹਿਆ, ਬਸ ਉਹਨੂੰ ਇਸ ਗੱਲ ਦਾ ਭੂਤ ਚੜ੍ਹ ਗਿਆ ਕਿ ਹਮ ਕਵੀ ਹੋਤੇ ਹੈ। ਉਹ ਦਿਨ ਰਾਤ ਉਹਦੇ ਨਾਲ ਚਿੰਬੜੀ ਰਹਿੰਦੀ ਹੈ। ਚੁੱਲ੍ਹੇ ਉੱਤੇ ਦਾਲ ਧਰ ਕੇ ਭੁੱਲ ਜਾਂਦੀ ਹੈ।
ਚਾਹ ਧਰੂ ਸੜ ਕੇ ਉਹ ਲੁੱਕ ਬਣ ਜਾਊ, ਪਰ ਉਹ ਆਪਣੇ ਮੋਬਾਈਲ ਤੋਂ ਆਪਣੀਆਂ ਅੱਖਾਂ ਪਰੇ ਨਹੀਂ ਕਰਦੀ। ਸੱਚੀ ਗੱਲ ਹੈ। ਪਹਿਲਾਂ ਤਾਂ ਹੋਰਾਂ ਦੀਆਂ ਕਵਿਤਾਵਾਂ ਪਾਉਂਦੀ ਸੀ, ਪਰ ਜਦੋਂ ਕਿਸੇ ਨੇ ਲਾਈਕ ਕਰਨਾ ਨਾਲ ਹੀ ਕਮਿਟ ਕਰ ਦੇਣਾ। ਕਮਾਲ ਹੈ, ਬਹੁਤ ਵਧੀਆ ਲਿਖਦੇ ਹੋ। ਉਹਨੇ ਹੋਰ ਫੱਟੇ ਚੱਕੀ ਜਾਣੇ। ਅੱਗਿਓਂ ਲਾਈਕ ਕਰਨ ਵਾਲੇ ਵੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਹੜੀਆਂ ਕਵਿਤਾ ਦੀਆਂ ਲਾਈਨਾਂ ਨੂੰ ਕਮਾਲ ਕਹਿ ਰਹੇ ਨੇ, ਤਾਂ ਉਦੋਂ ਫਿਰ ਗੱਲ ਕਿਸੇ ਹੋਰ ਪਾਸੇ ਚੱਲ ਪੈਂਦੀ ਹੈ। ਖੈਰ, ਉਹ ਸਿਫਤਾਂ ਦੇ ਕਰਨ ਜੋਗੇ ਹੀ ਨੇ, ਪਰ ਉਹਨਾਂ ਦੀ ਸਿਰਜਕ ਮੇਰੀ ਪਤਨੀ ਨੇ, ਬਲਕਿ ਕੋਈ ਹੋਰ ਵੱਡਾ ਸ਼ਾਇਰ ਹੁੰਦਾ ਹੈ ਜਿੰਨੇ ਉਹ ਲਾਈਨਾਂ ਸਿਰਜੀਆਂ ਹੁੰਦੀਆਂ ਨੇ। ਪਰ ਫੇਸਬੁੱਕ ਦੇ ਬਹੁਤੇ ਸ਼ਾਇਰ ਤਾਂ ਕਿਤਾਬ ਤੋਂ ਇਉਂ ਡਰਦੇ ਨੇ ਜਿਵੇਂ ਗਲੇਲ ਤੋਂ ਕਾਂ। ਪਰ ਹੁਣ ਕਾਂ ਨੂੰ ਕੌਣ ਹਟਾਵੇ ਕਿ ਉਹ ਕਾਂ ਨਾ ਕਰੇ। ਉਹਨਾਂ ਤੇ ਕਾਵਾਂ ਰੌਲੀ ਪਾਉਣੀ ਆ ਤੇ ਪਾਈ ਜਾਂਦੇ ਨੇ, ਕੋਈ ਸੁਣੇ ਚਾਹੇ ਨਾ ਸੁਣੇ, ਉਹਨਾਂ ਨੂੰ ਕੀ ਆ। ਇੱਕ ਦਿਨ ਤਾਂ ਇਸ ਫੇਸਬੁੱਕੀ ਨੇ ਕਮਾਲ ਹੀ ਕਰ ਦਿੱਤੀ। ਉਹਨੇ ਮੇਰੀ ਪਤਨੀ ਨੂੰ ਲਿਖ ਦਿੱਤਾ ਕਿ ਤੁਸੀਂ ਛੇਤੀ ਛੇਤੀ ਆਪਣੀ ਕਿਤਾਬ ਛਾਪੋ, ਅਸੀਂ ਉਸ ਕਿਤਾਬ ਨੂੰ ਵੱਡੇ ਸਮਾਗਮ ਵਿੱਚ ਰਿਲੀਜ਼ ਕਰਾਂਗੇ। ਅਸੀਂ ਫੇਸਬੁੱਕ ਵਾਲਿਆਂ ਨੇ ਇੱਕ ਸਭਾ ਬਣਾਈ ਆ। ਸਾਡੇ ਕੋਲ ਇੱਕ ਅਜਿਹਾ ਪ੍ਰਕਾਸ਼ਕ ਹੈ ਜਿਹੜਾ ਬਿਨਾਂ ਕਿਸੇ ਲਾਭ ਹਾਨੀ ਦੇ ਕਿਤਾਬ ਛਾਪ ਦਿੰਦਾ। ਤੁਸੀਂ ਬਸ 20,000 ਰੁਪਏ ਦਾ ਪ੍ਰਬੰਧ ਕਰੋ, ਬਸ ਫੇਰ ਵੇਖਿਓ ਅਸੀਂ ਤੁਹਾਨੂੰ ਕਿਤਾਬ ਦਾ ਸਰਪ੍ਰਾਈਜ਼ ਦਿਆਂਗੇ। ਤੁਹਾਡੀਆਂ ਅਸੀਂ ਸਾਰੀਆਂ ਕਵਿਤਾਵਾਂ ਸੰਭਾਲੀਆਂ ਹੋਈਆਂ ਨੇ ਫੇਸਬੁੱਕ ਤੋਂ ਚੱਕ ਕੇ, ਬਸ ਤੁਹਾਡੇ ਪੱਕੀ ਹੁੰਗਾਰੇ ਦੀ ਉਡੀਕ ਕਰਾਂਗਾ। ਉਹਦੀ ਇਹ ਟਿੱਪਣੀ ਪੜ੍ਹ ਕੇ ਪਤਨੀ ਤਾਂ ਘਰ ਵਿੱਚ ਇਉਂ ਭੱਜੀ ਫਿਰੇ ਜਿਵੇਂ ਵਿਆਹ ਵਿੱਚ ਨੈਣ ਭੱਜੀ ਫਿਰਦੀ ਆ। ਮੈਂ ਪੁੱਛਿਆ ਕੀ ਗੱਲ ਆ? ਅੱਜ ਸਰਕਾਰ ਬੜੀ ਖੁਸ਼ ਆ, ਜਿਵੇਂ ਅੱਜ ਕੱਲ੍ਹ ਕੈਪਟਨ ਸਰਕਾਰ ਧੱਕੇ ਨਾਲ ਚੋਣਾਂ ਜਿੱਤ ਕੇ ਆਪਣੀ ਪਿੱਠ ਆਪੇ ਥਾਪੜੀ ਜਾਂਦੀ ਆ। ਪਰ ਤੈਨੂੰ ਕਿਹੜੇ ਗਿੱਦੜ ਸਿੰਘੀ ਲੱਭ ਗਈ ਆ? ਤੇ ਕਹਿਣ ਲੱਗੀ, ਤੁਹਾਨੂੰ ਕਈ ਵਾਰੀ ਵਰੇ ਹੋ ਗਏ ਆ ਲਿਖਦੇ ਆ, ਤੁਹਾਡੀ ਇੱਕ ਵੀ ਕਿਤਾਬ ਨਹੀਂ ਛਪੀ। ਮੈਂ ਅਜੇ ਲਿਖਣਾ ਸ਼ੁਰੂ ਨਹੀਂ ਕੀਤਾ ਤੇ ਪ੍ਰਸ਼ੰਸਕ ਮੇਰੀ ਕਿਤਾਬ ਦੀ ਤਿਆਰੀ ਕਰੀ ਫਿਰਦੇ ਆ। ਮੈਂ ਕਿਹਾ, ਭਗਵਾਨ ਨੇ ਤੇਰੀ ਕਿਹੜੀ ਕਿਤਾਬ? ਕਦੇ ਅੱਖਰ ਤੇ ਤੂੰ ਲਿਖਿਆ ਨਹੀਂ, ਕਿਤਾਬ ਤੇਰੀ ਕਿਵੇਂ ਛਪੂ? ਮੈਂ ਹੈਰਾਨੀ ਪ੍ਰਗਟ ਕਰਦੇ ਹੋਏ ਪੁੱਛਿਆ। ਤਦੇ ਉਹਦੇ ਮੋਬਾਈਲ ਤੇ ਮੈਸੇਜ ਆ ਗਿਆ, ਮੈਡਮ ਕਿਤਾਬ ਲਿਖਣ ਵਾਲੇ ਦਾ ਵੀ ਪ੍ਰਬੰਧ ਹੋ ਗਿਆ। ਉਹਨੇ ਪਹਿਲਾਂ ਵੀ ਕਈ ਬੀਬੀਆਂ ਦੀਆਂ ਕਿਤਾਬਾਂ ਲਿਖੀਆਂ ਨੇ, ਬਸ ਖਰਚਾ ਥੋੜ੍ਹਾ ਹੋਰ ਕਰਨਾ ਪਊ। ਤੁਸੀਂ ਫਿਕਰ ਨਾ ਕਰੋ, ਤੁਸੀਂ ਸਾਡੇ ਅਕਾਊਂਟ 'ਚ ਬਸ 10,000 ਰੁਪਏ ਜਮ੍ਹਾਂ ਕਰਵਾ ਦਿਓ, ਬਾਕੀ ਬਾਅਦ 'ਚ ਤੁਸੀਂ ਕਿਸ਼ਤਾਂ ਜਮ੍ਹਾਂ ਕਰਵਾ ਦੇਣੇ। ਜਿਸ ਦਿਨ ਤੁਸੀਂ ਪੈਸੇ ਜਮ੍ਹਾਂ ਕਰਵਾਤੇ, ਬਸ ਉਸੇ ਦਿਨ ਤੋਂ 1.25 ਮਹੀਨੇ ਬਾਅਦ ਆਪਾਂ ਮੱਕਰਾਂ ਦੇ ਮੱਕੇ ਵਿੱਚ ਇਹ ਕਿਤਾਬ ਰਿਲੀਜ਼ ਕਰ ਦੇਣੀ ਆ। ਬਸ ਤੁਸੀਂ ਖਾਣ ਪੀਣ ਦਾ ਪ੍ਰਬੰਧ ਕਰ ਲੈਣਾ, ਬਾਕੀ ਸਾਡਾ ਕੰਮ ਆ। ਪ੍ਰੈਸ ਵਿੱਚ ਵੱਡੀ ਖਬਰ ਫੋਟੋਆਂ ਸਮੇਤ ਛਾਪਣ ਦਾ ਪ੍ਰਬੰਧ ਵੀ ਹੋ ਗਿਆ, ਤੁਸੀਂ ਤਿਆਰੀ ਕਰੋ ਬਸ। ਪਤਨੀ ਨੇ ਜਦੋਂ ਮੈਸੇਜ ਦੀ ਗੱਲ ਦੱਸੀ ਤਾਂ ਅਸੀਂ ਸਿਰ ਫੜ ਕੇ ਪੈ ਗਏ। ਮੈਂ ਸੋਚਣ ਲੱਗ ਪਿਆ, ਜੇ ਪੰਜਾਬੀ ਸਾਹਿਤ ਵਿੱਚ ਇਹੋ ਜਿਹੇ ਲੇਖ ਤੇ ਕਵਿਤਰੀਆਂ ਆਉਣਗੀਆਂ ਤਾਂ ਫਿਰ ਲੋਕ ਕਿਤਾਬਾਂ ਕਿਹੜੀਆਂ ਪੜ੍ਹਨਗੇ? ਪੰਜਾਬੀ ਦੇ ਪਾਠਕ ਤਾਂ ਅਖਬਾਰ ਨਹੀਂ ਖਰੀਦ ਕੇ ਪੜ੍ਹਦੇ, ਉਹ ਇਹੋ ਜਿਹੀਆਂ ਕਿਤਾਬਾਂ ਕਿੱਥੋਂ ਖਰੀਦਣਗੇ? ਕਈ ਵਾਰੀ ਪਾਠਕ ਤਾਂ ਅਖਬਾਰ ਵਿੱਚ ਕਿਤਾਬਾਂ ਦਾ ਰਿਵਿਊ ਪੜ੍ਹ ਕੇ ਕਿਤਾਬ ਖਰੀਦ ਲੈਂਦਾ, ਪਰ ਜਦੋਂ ਪੜ੍ਹਦਾ ਤਾਂ ਮੱਥੇ ਤੇ ਹੱਥ ਮਾਰਦਾ। ਰਿਵਿਊ ਕਰਨ ਵਾਲੇ ਵੀ ਕਿਤਾਬ ਨੂੰ ਅਸਮਾਨ ਤੇ ਚੜ੍ਹਾ ਦਿੰਦੇ ਆ ਤੇ ਅੱਗਿਓਂ ਪਾਠਕ ਉਹਨੂੰ ਪੜ੍ਹ ਕੇ ਕਿਤਾਬ ਖਰੀਦਣ ਤੁਰ ਪੈਂਦਾ। ਸਿਲਸਿਲਾ ਹੁਣ ਕਈ ਵਰ੍ਹਿਆਂ ਤੋਂ ਚੱਲ ਰਿਹਾ। ਸੋ ਪਤਨੀ ਨੂੰ ਖੁਸ਼ ਕਰਨ ਲਈ ਅਸੀਂ ਬੰਦੇ ਨੂੰ ਅਸੀਂ ਨਹੀਂ, ਬਹੁਤ ਸਾਰੇ ਲੋਕ ਪਤਾ ਨਹੀਂ ਕੀ ਪਾਪੜ ਵੇਲਦੇ ਨੇ, ਇਹ ਸਾਰੇ ਹੀ ਜਾਣਦੇ ਆ, ਪਰ ਫੋਕੀ ਸ਼ੋਹਰਤ ਹਾਸਲ ਕਰਨ ਲਈ ਅੱਕ ਤੇ ਚੱਬਣਿਆ ਔਖਾ ਹੁੰਦਾ ਨਾ। ਨਾਲੇ ਪਤਨੀ ਨੂੰ ਕੀ ਪਤਾ ਕਿ ਕਵਿਤਾ ਕੀ ਹੁੰਦੀ ਆ, ਪਰ ਉਹਨੂੰ ਤਾਂ ਫੇਸਬੁੱਕ ਵਾਲੇ ਰੋਜ਼ ਹੀ ਕਮੈਂਟ ਕਰ ਕਰਕੇ ਉਕਸਾ ਰਹੇ ਨੇ ਕਿ ਉਹ ਵੀ ਲੇਖਕਾ ਬਣ ਸਕਦੀ ਆ, ਪਰ ਉਹ ਨਹੀਂ ਜਾਣਦੀ ਕਿ ਪਰਦੇ ਪਿੱਛੇ ਕੀ ਹੈ। ਹੁਣ ਤੁਸੀਂ ਆਖੋਗੇ ਪਰਦੇ ਪਿੱਛੇ ਕੀ ਆ? ਭਾਈ ਸਾਹਿਬ, ਪਰਦੇ ਦੇ ਪਿੱਛੇ ਉਹ ਕੁਝ ਹੈ ਜਿਹੜਾ ਘਰ ਵਾਲੇ ਦੇ ਆਦਮੀ ਦੇ ਮਰਨ ਤੋਂ ਬਾਅਦ ਕਰਦੇ ਆ। ਜਿਵੇਂ ਉਹ ਕਹਿੰਦੇ ਹੁੰਦੇ ਨਾ, ਰੰਡੀ ਉੱਤੇ ਛੜਾ ਜੇਠ ਚਾਦਰ ਪਾਉਂਦਾ, ਫਿਰ ਇਸ ਚਾਦਰ ਦੇ ਅੰਦਰ ਕੀ ਹੁੰਦਾ, ਇਹ ਤਾਂ ਤੁਸੀਂ ਵੀ ਸਮਝਦੇ ਹੋ ਤੇ ਜਾਣਦੇ ਹੋ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਸਭ ਕੁਝ ਜਾਣਦੇ ਨੇ, ਜਿਨ੍ਹਾਂ ਨੂੰ ਸਾਰਾ ਕੁਝ ਪਤਾ ਵੀ ਹੈ, ਸਭ ਜਾਣਦੇ ਨੇ ਕਿ ਕਵਿਤਾ ਦੇ ਜੇਠ ਵੱਧ ਰਹੇ ਨੇ, ਕਵਿਤਾ ਦੇ ਨਾਲ ਰੋਜ਼ਾਨਾ ਗੈਂਗਰੇਪ ਹੁੰਦਾ। ਉਹ ਸਭ ਦੇ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਨੇ ਜਾਂ ਫਿਰ ਦੂਰੋਂ ਹੀ ਨਜ਼ਾਰੇ ਲੈ ਰਹੇ ਨੇ। ਕਈ ਤਾਂ ਰੋਜ਼ ਹੀ ਕੋਈ ਨਾ ਕੋਈ ਕਿਤਾਬ ਰਿਲੀਜ਼ ਕਰਕੇ ਅਖਬਾਰਾਂ ਨੂੰ ਫੋਟੋ ਖਬਰ ਭੇਜ ਦਿੰਦੇ ਆ, ਬਸ ਉਹਨਾਂ ਦੀ ਇਸੇ ਨਾਲ ਹੀ ਰੋਟੀ ਹਜਮ ਹੋ ਜਾਂਦੀ ਹੈ। ਜਿਨ੍ਹਾਂ ਨੂੰ ਕਬਜ਼ ਜਾਂ ਗੈਸ ਦੀ ਬਿਮਾਰੀ ਹੁੰਦੀ ਆ, ਉਹ ਵੀ ਠੀਕ ਹੋ ਜਾਂਦੀ ਆ। ਉਹ ਇੱਕ ਦੂਜੇ ਦੀਆਂ ਚੁਗਲੀਆਂ ਕਰ ਕਰਕੇ ਆਪਣੀ ਗੈਸ ਖਰਚ ਕਰ ਲੈਂਦੇ ਨੇ। ਪਿਛਲੇ ਸਮਿਆਂ ਵਿੱਚ ਇਹੋ ਜਿਹੀਆਂ ਕਿੰਨੀਆਂ ਹੀ ਕਿਤਾਬਾਂ ਆਈਆਂ ਨੇ, ਜਿਸ ਬਾਰੇ ਮੈਨੂੰ ਗੀਤ ਯਾਦ ਆ ਗਿਆ, ਦਿਓਰਾ ਵੇ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਾਂ ਜੇਠ ਤੇ ਮੜੰਗਾ। ਹੁਣ ਕਵਿਤਾ ਦੇ ਜੇਠਾਂ ਨੂੰ ਕੋਈ ਦੱਸੇ ਵੀ ਕਵਿਤਾ ਲਿਖਣੀ ਨਾ ਤਾਂ ਕਬਜ਼ ਹੈ,
ਨਾ ਹੀ ਗੈਸ ਦੀ ਬਿਮਾਰੀ ਆ। ਉਹ ਤਾਂ ਰੋਜ਼ ਹੀ ਨਵੇਂ ਚੰਦ ਚੜ੍ਹੀ ਜਾਂਦੇ ਆ। ਇਹੀ ਚੰਦ ਹੁਣ ਸਾਡੇ ਘਰ ਵੀ ਚੜ੍ਹਨ ਲੱਗਾ, ਪਰ ਮੈਂ ਚੰਦ ਕਦੇ ਚੜ੍ਹਨ ਨਹੀਂ ਦੇਣਾ, ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ। ਅੱਖੀ ਵੇਖ ਕੇ ਮੱਖੀ ਤਾਂ ਨਹੀਂ ਨਾ ਨਿਕਲੀ ਜਾ ਸਕਦੀ, ਪਰ ਜਿਹੜੇ ਕਰੀ ਤੇ ਕਰਾਈ ਜਾ ਰਹੇ ਨੇ ਉਹ ਕੌਣ ਹੈ? ਕੀ ਉਹ ਮਾਂ ਬੋਲੀ ਦੇ ਦਲਾਲ ਜਾਂ ਚੰਡਾਲ ਨੇ ਜਿਹੜੇ ਮਾਂ ਬੋਲੀ ਦੇ ਸੇਵਕ ਬਣੀ ਬੈਠੇ ਨੇ? ਖੈਰ, ਮੈਂ ਆਪਣੀ ਪਤਨੀ ਦਾ ਜਿਹਾ ਜੇਠ ਕਿਸੇ ਨੂੰ ਹਰਗਜ਼ ਨਹੀਂ ਬਣ ਦੇਣਾ, ਤੇ ਨਾ ਹੀ ਅਖੌਤੀ ਕਵਿਤਰੀ। ਪੰਜਾਬੀ ਸਾਹਿਤ ਵਿੱਚ ਇਹੋ ਜਿਹੀਆਂ ਕਿੰਨੀਆਂ ਹੀ ਕਿਤਾਬਾਂ ਨੇ। ਇਹਦਾ ਕਿਤਾਬਾਂ ਪੜ੍ਹ ਕੇ ਪਤਾ ਲੱਗਦਾ। ਕਈ ਵਾਰ ਤਾਂ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਦੀਆਂ ਗਜ਼ਲਾਂ ਦੇ ਕਵਿਤਾਵਾਂ ਆ ਰਹੀਆਂ ਨੇ, ਜਿਨ੍ਹਾਂ ਅਰਬੀ, ਫਾਰਸੀ, ਉਰਦੂ ਪਤਾ ਨਹੀਂ ਆਪਣੀਆਂ ਕਵਿਤਾਵਾਂ 'ਚ ਕਿਹੜੇ ਸ਼ਬਦ ਵਰਤੇ ਹੁੰਦੇ ਨੇ, ਪਰ ਜਦੋਂ ਕੋਈ ਸ਼ਬਦ ਦੇ ਅਰਥ ਪੁੱਛ ਲੈਂਦਾ ਤਾਂ ਵਾਰਡ 'ਚ ਬਿੱਲੇ ਫਸੇ ਬਿੱਲੇ ਵਾਂਗੂ ਝਾਕਦੇ ਨੇ। ਉਹਨਾਂ ਨੂੰ ਕੈਨੇਡਾ ਵਿੱਚ ਤੌਣੀ ਤੇ ਦੁਬਈ ਵਿੱਚ ਠੰਡ ਲੱਗਦੀ ਹੈ, ਪਰ ਹੁਣੇ ਪਤਾ ਲੱਗਾ ਕਿ ਇੱਕ ਕਹਾਣੀਆਂ ਦੀ ਕਿਤਾਬ ਵੀ ਕਿਸੇ ਦੀ ਲਿਖੀ ਤੇ ਕਿਸੇ ਨੇ ਨਾਂ ਛਪਾ ਲਿਆ। ਤੁਹਾਡਾ ਕੀ ਖਿਆਲ ਹੈ ਜੀ? ਪਰ ਇਹ ਜੋ ਕੁਝ ਵੀ ਕਰ ਰਿਹਾ, ਇਹਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ, ਇਹ ਤੁਹਾਡੇ ਤੇ ਡਿਪੈਂਡ ਹੈ। ਮੁੜ ਤੋਂ ਸਵਾਗਤ ਹੈ ਤੁਹਾਡਾ ਲੋਕਵਾਸ ਲਾਈਵ ਦੇ ਵਿੱਚ। ਤੁਹਾਡੇ ਢੇਰ ਸਾਰੇ ਮੈਸੇਜ ਸੁਨੇਹੇ ਆ ਰਹੇ ਨੇ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਾ ਇੰਨਾ ਪਿਆਰ ਦਿੰਦੇ ਹੋ। ਇੰਨੇ ਦਿਨੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਕਿਸਾਨ ਸੰਘਰਸ਼ ਪੰਜਾਬ ਵਿੱਚ ਚੱਲ ਰਿਹਾ ਹੈ। ਜਿੱਥੇ ਮਜ਼ਦੂਰ ਕਿਸਾਨ ਸੜਕਾਂ ਦੇ ਉੱਤੇ ਆ ਗਏ ਨੇ, ਉੱਥੇ ਉਹਨਾਂ ਦੇ ਨਾਲ ਔਰਤਾਂ ਨੇ ਵੀ ਪੂਰੀ ਸ਼ਮੂਲੀਅਤ ਕੀਤੀ ਹੈ। ਦੇਰ ਨਾਲ ਹੀ ਸਹੀ, ਹੁਣ ਰਾਜਨੀਤਿਕ ਪਾਰਟੀਆਂ ਵੀ ਆ ਗਈਆਂ ਨੇ ਮੈਦਾਨ ਦੇ ਵਿੱਚ, ਵਰਨਾ ਇਹ ਲੋਕ 5 ਸਾਲ ਬਾਅਦ ਵੋਟਾਂ ਲੈਣ ਹੀ ਆਉਂਦੇ ਸੀ। ਹੁਣ ਦਿੱਲੀ ਵਿੱਚ ਧਰਨੇ ਲਗਾਏ ਜਾ ਰਹੇ ਨੇ, ਉੱਥੇ ਕਾਂਗਰਸ, ਆਪ ਅਜਿਹੀਆਂ ਪਾਰਟੀਆਂ ਨੇ ਰਲ ਕੇ ਸੰਘਰਸ਼ ਸ਼ੁਰੂ ਕੀਤਾ। ਉੱਥੇ ਕੇਜਰੀਵਾਲ ਜੋ ਦਿੱਲੀ ਦਾ ਮੁੱਖ ਮੰਤਰੀ ਹੈ, ਉਹਨੇ ਸਾਰਿਆਂ ਦਾ ਸਵਾਗਤ ਕੀਤਾ ਔਰ ਆਪਣੇ ਸਪਸ਼ਟ ਆਪਣੀ ਰਾਏ ਦਿੱਤੀ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹੀ ਜਾਣੀਆਂ ਚਾਹੀਦੀਆਂ ਨੇ। ਜੰਤਰ ਮੰਤਰ ਦੇ ਜਿਹੜਾ ਥਾਂ ਹੈ ਉੱਥੇ ਦਿੱਲੀ, ਉੱਥੇ ਧਰਨਾ ਲੱਗਾ। ਹੁਣ ਰਾਜਨੀਤਿਕ ਲੋਕਾਂ ਨੂੰ ਇਲਮ ਹੋ ਗਿਆ ਕਿ ਲੋਕ ਜਾਗ ਪਏ ਨੇ, ਇਹਨਾਂ ਨੂੰ ਹੋਰ ਮੂਰਖ ਨਹੀਂ ਬਣਾਇਆ ਜਾ ਸਕਦਾ। ਪਰ ਲੋਕ ਬੜੇ ਨਰਮ ਦਿਲ ਨੇ, ਛੇਤੀ ਭੁੱਲ ਜਾਂਦੇ ਨੇ, ਪਸੀਜ ਜਾਂਦੇ ਨੇ ਨੇਤਾਵਾਂ ਦੇ ਮਗਰਮੱਛ ਦੇ ਅਥਰੂ ਵੇਖ ਕੇ। ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬਹੁਤੇ ਤਾਂ ਇਹਨਾਂ ਵਿੱਚੋਂ ਲਾਲ ਪਰੀ ਤੇ ਡੁੱਲ ਜਾਂਦੇ ਨੇ, ਜਾਂ ਫਿਰ ਗਾਂਧੀ ਵਾਲੀ ਫੋਟੋ ਵਾਲੇ ਹਰੇ ਨੋਟਾਂ ਤੇ। ਪਰ ਮੇਰੇ ਲੋਕੋ, ਖਬਰਦਾਰ, ਜਾਗਦੇ ਰਹਿਣਾ। ਚੋਰ ਘਰ ਵਿੱਚ ਹੀ ਹੈ, ਬਾਹਰੋਂ ਕਿਸੇ ਤੋਂ ਖਤਰਾ ਨਹੀਂ। ਜਦੋਂ ਸੰਨ ਲੱਗਣੀ ਆ ਤੇ ਘਰੋਂ ਹੀ ਲੱਗਣੀ ਆ। ਦੂਜੇ ਪਾਸੇ ਹੋਰ ਕਈ ਕਨਸੂਆਂ ਆ ਰਹੀਆਂ ਨੇ, ਜਿੱਦਾਂ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਨੇ 1 ਦਿਨ ਦੀ ਪੈਰੋਲ ਦੀ ਛੁੱਟੀ ਦਿੱਤੀ ਸੀ, ਪਰ ਇਹ ਨਹੀਂ ਪਤਾ ਲੱਗਾ ਕਿ ਸਿਰਸਾ ਮੁਖੀ ਨੂੰ ਸੁਨਿਆਰੀਆ ਜੇਲ੍ਹ ਦੇ ਕਿਹੜੇ 5 ਸਟਾਰ ਹੋਟਲ ਵਿੱਚ ਪ੍ਰਾਹੁਣਿਆਂ ਵਾਂਗ ਰੱਖਿਆ ਹੈ। ਖੈਰ, ਡੇਰਾ ਮੁਖੀ ਦੀ ਖਬਰ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਇਸ ਲਈ ਨਹੀਂ ਬਣਦੀ ਕਿ ਉਹ ਬਲਾਤਕਾਰ ਹੱਤਿਆ ਦਾ ਦੋਸ਼ੀ ਹੈ, ਸਗੋਂ ਪੰਜਾਬੀ ਲੋਕ ਉਹਨੂੰ ਇਸ ਕਰਕੇ ਨਫ਼ਰਤ ਕਰਦੇ ਨੇ ਕਿ ਉਹਨੇ ਗੁਰੂ ਸਾਹਿਬ ਦਾ ਭੇਸ ਧਾਰ ਕੇ ਖੰਡੇ ਬਾਟੇ ਦੀ ਪੌਲ ਚੁਕਾਉਣ ਦਾ ਪਖੰਡ ਕੀਤਾ ਸੀ। ਖੈਰ, ਤੇ ਜਿਸ ਮਹਾਂਪੁਰਖ ਸੁਖਬੀਰ ਸਿੰਘ ਬਾਦਲ ਹੋਣਾ ਨੇ ਡੇਰਾ ਮੁਖੀ ਨੂੰ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਦੀ ਕਲਪਤ ਪੁਸ਼ਾਕ ਨਾਲ ਮਿਲਦੀ ਪੁਸ਼ਾਕ ਭੇਂਟ ਕਰਕੇ ਵਿਵਾਦ ਨੂੰ ਜਨਮ ਦਿੱਤਾ ਸੀ, ਪੰਜਾਬੀ ਉਸੇ ਸੁਖਬੀਰ ਬਾਦਲ ਨੂੰ ਵਾਰ-ਵਾਰ ਆਪਣਾ ਨੇਤਾ ਚੁਣਦੇ ਆ ਰਹੇ ਨੇ। ਖਬਰ ਹੈ ਕਿ ਭਾਜਪਾ ਦੀ ਜਿਹੜੀ ਪੰਜਾਬ ਦੀ ਇਕਾਈ ਹੈ, ਉਹਦੇ ਸੀਨੀਅਰ ਨੇਤਾ ਸੁਰਜੀਤ ਕੁਮਾਰ ਜਿਆਣੀ, ਉਹਨਾਂ ਨੇ ਕਿਸਾਨ ਦੇ ਹੱਕ ਵਿੱਚ ਨਾਰਾ ਮਾਰਿਆ ਸੀ। ਸੋ ਉਹਨਾਂ ਨੇ ਕੇਂਦਰ ਦੇ ਨਾਲ, ਭਾਜਪਾ ਦੇ ਨਾਲ ਕਾਫੀ ਆਪਣਾ ਸੰਬੰਧ ਖਰਾਬ ਕਰ ਲਏ ਨੇ। ਅਸਲ ਵਿੱਚ ਸੰਬੰਧ ਨਹੀਂ ਖਰਾਬ ਕਰ ਲਏ, ਆਪਣੇ ਰਾਜਸੀ ਭਵਿੱਖ ਨੂੰ ਪਰਪੱਕ ਕਰ ਲਿਆ। ਅਸਲ 'ਚ ਭਾਜਪਾ ਨੇ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਨਾਟਕ ਕਰਵਾ ਕੇ ਸੁਰਜੀਤ ਕੁਮਾਰ ਜਿਆਣੀ ਨੂੰ ਪੰਜਾਬ ਭਾਜਪਾ ਦਾ ਚਿਹਰਾ ਬਣਾ ਕੇ ਮੈਦਾਨ ਦੇ ਵਿੱਚ ਉਤਾਰਨਾ ਹੈ। ਇਸ ਤੋਂ ਪਹਿਲਾਂ ਸੁਰਜੀਤ ਕੁਮਾਰ ਜਿਆਣੀ ਦੀ ਗੱਲ ਉੱਤੇ ਗੌਰ ਫਰਮਾ ਕੇ ਖੇਤੀ ਬਿੱਲਾਂ ਦੀ ਪੂਛ ਹੋਰ ਲੰਮੇਰੀ ਕਰ ਦਿੱਤੀ ਜਾਏਗੀ ਦੋਸਤੋ। ਖੈਰ, ਗੱਲਾਂ ਤਾਂ ਇਸ ਤਰ੍ਹਾਂ ਚੱਲਦੀਆਂ ਹੀ ਰਹਿੰਦੀਆਂ ਨੇ ਜੋ ਸਾਡੇ ਆਸੇ-ਪਾਸੇ ਵਾਪਰਦੀਆਂ ਨੇ, ਤੇ ਨਾਲ ਦੀ ਨਾਲ ਮੈਂ ਤੁਹਾਨੂੰ ਅਪਡੇਟ ਦੇਈ ਜਾਵਾਂ ਕਿ ਰੀਅਲ ਸਟੇਟ ਦੀ ਮਾਰਕੀਟ ਇਹਨਾਂ ਦਿਨ ਬਹੁਤ ਗਰਮ ਹੈ।
ਸ਼ਾਪਰਸਵਰਡ ਤੇ ਕੋਲ ਇੱਕ ਬੜਾ ਵਧੀਆ ਪ੍ਰੋਜੈਕਟ ਹੈ। ਥੋੜ੍ਹੇ ਜਿਹੇ ਯੂਨਿਟ ਉਹਦੇ ਵਿੱਚ ਬਚਦੇ ਨੇ। ਸਾਊਥ ਕੰਡੋਜ਼, ਸਟੈਲਾ ਕੰਡੋਜ਼, ਹਰ ਅੰਟਾਰੀਓ ਤੇ ਸਟੀਲ ਤੇ ਇੰਟਰਸੈਕਸ਼ਨ ਦੇ ਉੱਤਰ ਹੈ। ਉਹਦੇ ਨਾਲ ਹੀ ਬਿਲਕੁਲ ਜਿਹੜੀ ਨਵੀਂ LRT ਆ ਰਹੀ ਹੈ, ਸਾਹਮਣੇ ਸੁਪਰ ਸਟੋਰ ਹੈ, ਪਿਛਲੇ ਪਾਸੇ ਸ਼ੇਡਨ ਕਾਲਜ ਹੈ, ਨਾਲ ਹੀ ਉਹਦੇ ਕਮਿਊਨਿਟੀ ਸੈਂਟਰ ਹੈ, ਲਾਇਬ੍ਰੇਰੀ ਹੈ, ਨੇੜੇ ਗੁਰੂ ਘਰ ਹੈ, ਪੰਜਾਬੀ ਗਰੋਸਰੀ ਸਟੋਰ ਹਨ ਨੇੜੇ ਕਾਸਕੋ ਤੇ ਪਰੇ ਹੋਮ ਡਿਪੂ ਹੈ, ਨਾਲ ਹੀ ਵਾਲਮਾਰਟ ਹੈ, ਨੇੜੇ ਲੋਸ ਦਾ ਸਟੋਰ ਹੈ। ਬੜੇ ਹੌਟ ਏਰੀਆ ਦੇ ਵਿੱਚ ਇਹਦੇ 'ਚ ਪੈਸੇ 4 ਵਧਣੇ ਆ। ਥੋੜ੍ਹੇ ਜਿਹੇ ਯੂਨਿਟ ਰਹਿ ਗਏ ਨੇ। ਬੜੀਆਂ ਛੋਟੀਆਂ ਕਿਸ਼ਤਾਂ 'ਚ ਤੁਸੀਂ ਯੂਨਿਟ ਬੁੱਕ ਕਰਵਾ ਸਕਦੇ ਹੋ। 3-3.5 ਲੱਖ ਤੋਂ ਇਹਨਾਂ ਦੀ ਪ੍ਰਾਈਸ ਸ਼ੁਰੂ ਹੁੰਦੀ ਆ, 6-6.5 ਤੱਕ ਜਾਂਦੀ ਹੈ। 1 ਬੈਡਰੂਮ ਤੋਂ ਲੈ ਕੇ 3 ਬੈਡਰੂਮ ਤੱਕ ਯੂਨਿਟ ਇਹਦੇ ਵਿੱਚ ਹੈਗੇ ਨੇ। ਮੇਰੇ ਕੋਲ VIP SS ਹੈ। ਥੋੜ੍ਹੇ ਜਿਹੇ ਯੂਨਿਟ ਨੇ। ਤੁਸੀਂ ਆਪਣਾ ਯੂਨਿਟ ਰਾਖਵਾਂ ਕਰਨਾ ਤਾਂ ਮੈਨੂੰ ਫੋਨ ਕਰ ਲਿਓ। 416-319-0551 ਹੈ। ਤੁਸੀਂ ਜੇ ਘਰ ਦੇ ਚੰਗੇ ਪੈਸੇ ਵਟਣੇ ਨੇ ਤਾਂ ਵੀ ਮੈਨੂੰ ਕਾਲ ਕਰ ਲਿਓ। ਮੈਂ ਤੁਹਾਨੂੰ ਚੰਗੇ ਪੈਸੇ ਵਟਾ ਕੇ ਦੇ ਸਕਦਾ ਤੇ ਨਵਾਂ ਘਰ ਵਧੀਆ ਰੇਟ ਤੇ ਦਵਾ ਦਿਆਂਗਾ। ਮਾਰਗੇਜ ਲੈਣ ਵਿੱਚ ਵੀ ਅਸੀਂ ਮਦਦ ਕਰਦੇ ਹਾਂ। ਔਰ ਜੇ ਤੁਸੀਂ ਸਾਡੇ ਰਾਹੀਂ ਘਰ ਖਰੀਦਦੇ ਵੇਚਦੇ ਹੋ ਤਾਂ ਬ੍ਰਾਂਡਡ ਫਰਨੀਚਰ ਦਾ ਜਿਹੜਾ ਸਮਾਨ ਹੈ 4 ਤੋਂ 40% ਤੱਕ ਤੁਹਾਨੂੰ ਡਿਸਕਾਊਂਟ ਤੇ ਲੈ ਕੇ ਦੇ ਸਕਦੇ ਹਾਂ। ਸੋ ਪ੍ਰੀ ਬਿਲਡ ਕੰਡੋ ਜਾਂ ਮਕਾਨ ਲੈਣਾ ਤੇ ਮੈਨੂੰ ਫੋਨ ਕਰਿਓ, ਜਾਂ ਕੋਈ ਫਾਰਮ ਹਾਊਸ ਟਰੱਕ ਪਾਰਕਿੰਗ ਲਈ ਥਾਂ ਲੱਭ ਰਹੇ ਹੋ ਤਾਂ ਵੀ ਕਾਲ ਕਰ ਸਕਦੇ ਹੋ। 416-319-0551 ਮੇਰਾ ਫੋਨ ਨੰਬਰ ਹੈ। ਦੋਸਤੋ, ਆਤੰਕਵਾਦੀ ਉਹ ਹੁੰਦੇ ਨੇ ਜਿਨ੍ਹਾਂ ਨੇ ਆਤੰਕ ਫੈਲਾਇਆ ਹੁੰਦਾ ਹੈ, ਜਿਨ੍ਹਾਂ ਨੇ ਆਪਣੀ ਤਾਕਤ ਬਰਕਰਾਰ ਰੱਖਣ ਲਈ ਤਾਕਤ ਵਿਹੂਣੇ ਲੋਕਾਂ ਨੂੰ ਦਬਾ ਕੇ ਰੱਖਿਆ ਹੁੰਦਾ। ਤੇ ਇਹ ਜਿਹੜਾ ਆਤੰਕਵਾਦ ਦਾ ਚਿਹਰਾ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਇਹ ਆਤੰਕਵਾਦ ਨਹੀਂ, ਇਹ ਫਰਜ਼ੀ ਆਤੰਕਵਾਦ ਦੇ ਪੇਡ ਵਰਕਰ ਨੇ। ਕੀ ਸੜਕ ਦੁਰਘਟਨਾਵਾਂ ਨੂੰ ਵਿਵਸਥਾ ਦੀ ਅਣਗਹਿਲੀ ਤੋਂ ਪਾਸੇ ਕਰਕੇ ਵੇਖਿਆ ਜਾ ਸਕਦਾ? ਨਹੀਂ। ਕੀ ਬਲਾਤਕਾਰ ਨੂੰ ਸਮਾਜਿਕ ਪਾਬੰਦੀਆਂ ਤੋਂ ਵੱਖਰੇ ਕਰਕੇ ਵੇਖਿਆ ਜਾ ਸਕਦਾ? ਨਹੀਂ। ਕੀ ਖੁਦਕੁਸ਼ੀਆਂ ਨੂੰ ਉਹਨਾਂ ਹਾਲਾਤਾਂ ਤੋਂ ਵੱਖਰੇ ਕਰਕੇ ਵੇਖਿਆ ਜਾ ਸਕਦਾ ਜਿਨ੍ਹਾਂ ਹਾਲਾਤਾਂ ਲਈ ਉਹ ਖੁਦ ਜ਼ਿੰਮੇਵਾਰ ਨਹੀਂ ਹੁੰਦੇ? ਇਹ ਸਭ ਆਤੰਕਵਾਦ ਦੇ ਸਿੱਟੇ ਨੇ ਦੋਸਤੋ। ਅੱਜ ਭਾਰਤ ਵਿੱਚ ਹਿੰਦੂ ਆਤੰਕਵਾਦ ਦੀਆਂ ਉਦਾਹਰਨਾਂ ਸਾਹਮਣੇ ਆ ਰਹੀਆਂ ਨੇ। ਸੰਸਾਰ ਪੱਧਰ ਤੇ ਇਸਲਾਮਿਕ ਆਤੰਕਵਾਦ ਪ੍ਰਚਾਰਿਆ ਜਾ ਰਿਹਾ, ਜਦੋਂ ਕਿ ਅਸਲ ਵਿੱਚ ਗੱਲ ਇਹ ਹੈ ਕਿ ਇਸ ਨੂੰ ਕੁਦਰਤੀ ਸਾਧਨਾਂ ਦੇ ਲੁਟੇਰਿਆਂ ਅਮੀਰਾਂ ਵੱਲੋਂ ਆਪਣੀ ਲੁੱਟ ਅਮੀਰੀ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ। ਉਹਨਾਂ ਦੀ ਲੋੜ ਹੈ। ਬੇਸ਼ੱਕ ਕੁਦਰਤ ਬਹੁਤ ਅਮੀਰ ਹੈ ਤੇ ਅਨਮੋਲ ਖਜ਼ਾਨਾ ਹੈ ਕੁਦਰਤ ਕੋਲ, ਪਰ ਇਹ ਉਦੋਂ ਤੱਕ ਮਿੱਟੀ ਹੈ ਜਦ ਤੱਕ ਇਸ ਵਿੱਚ ਕਿਰਤ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਫਿਰ ਕਿਰਤ ਕਰਨ ਵਾਲੇ ਹੱਥ ਖੁਦ ਲਈ ਕਿਰਤ ਕਰਕੇ ਖੁਦ ਅਮੀਰ ਕਿਉਂ ਨਹੀਂ ਹੋ ਜਾਂਦੇ? ਇਸੇ ਸਵਾਲ ਨੂੰ ਮੁੱਖ ਰੱਖ ਕੇ ਕਿਰਤ ਦੀ ਲੁੱਟ ਕਰਨ ਲਈ ਅਖੌਤੀ ਪ੍ਰਬੰਧ ਸਿਰਜਿਆ ਜਾਂਦਾ ਤੇ ਇਸ ਅਖੌਤੀ ਪ੍ਰਬੰਧ ਦੀ ਬਰਕਰਾਰੀ ਲਈ ਪੁਲਿਸ, ਫੌਜ, ਅਦਾਲਤਾਂ, ਅਫਸਰਸ਼ਾਹੀ ਦਾ ਤਾਣਾ ਤਣਿਆ ਜਾਂਦਾ ਹੈ। ਇਸ ਤਾਣੇ ਦੀ ਭਰੋਸੇਯੋਗਤਾ ਲਈ ਕਦੇ ਹਿੰਦੂ ਆਤੰਕਵਾਦ, ਕਦੇ ਸਿੱਖ ਆਤੰਕਵਾਦ, ਕਦੇ ਇਸਲਾਮਿਕ ਆਤੰਕਵਾਦ ਦਾ ਭੂਤ ਛੱਡਿਆ ਜਾਂਦਾ ਤਾਂ ਕਿ ਕਿਰਤੀ ਲੋਕ ਇਸ ਲੁੱਟ ਦੇ ਪ੍ਰਬੰਧ ਨੂੰ ਆਪਣੇ ਇੱਕੋ ਇੱਕ ਮੁਕਤੀਦਾਤਾ ਸਮਝਣ ਦੇ ਭੁਲੇਖੇ ਦਾ ਸ਼ਿਕਾਰ ਬਣੇ ਰਹਿਣ। ਹੋਰ ਆਤੰਕਵਾਦ ਕੁਛ ਨਹੀਂ ਹੁੰਦਾ। ਭਾਈਚਾਰਕ ਝਗੜੇ ਆਤੰਕਵਾਦ ਨਹੀਂ ਹੁੰਦਾ। ਇਸ ਨੂੰ ਆਤੰਕਵਾਦ ਦੀ ਪੁੱਠ ਚਾੜੀ ਜਾਂਦੀ ਹੈ। ਆਤੰਕਵਾਦੀ ਉਹ ਹੁੰਦੇ ਨੇ ਦੋਸਤੋ ਜਿਨ੍ਹਾਂ ਨੇ ਆਤੰਕ ਫੈਲਾਇਆ ਹੁੰਦਾ, ਜਿਨ੍ਹਾਂ ਨੇ ਆਪਣੀ ਤਾਕਤ ਬਰਕਰਾਰ ਰੱਖਣ ਲਈ ਤਾਕਤ ਵਿਹੂਣੇ ਲੋਕਾਂ ਨੂੰ ਦਬਾ ਕੇ ਰੱਖਿਆ ਹੁੰਦਾ ਹੈ। ਸੋ ਦੋਸਤੋ, ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ। ਤੁਸੀਂ ਇੰਸ਼ੋਰੈਂਸ ਦਾ ਕੋਈ ਪ੍ਰੋਡਕਟ ਲੈਣਾ, ਕੋਈ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਲੈਣੀ ਆ, ਜਾਂ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੈਨੂੰ ਕਾਲ ਕਰਿਓ। ਕ੍ਰਿਟੀਕਲ ਇੰਸ਼ੋਰੈਂਸ ਬਹੁਤ ਵਧੀਆ ਪ੍ਰੋਡਕਟ ਹੈ, ਤੁਸੀਂ ਉਹ ਵੀ ਖਰੀਦ ਸਕਦੇ ਹੋ। ਜੇ ਕਿਸੇ ਨੇ ਇੱਥੇ ਦੋਸਤ ਨੇ, ਤੁਹਾਡੇ ਰਿਸ਼ਤੇਦਾਰ ਨੇ ਆਉਣਾ, ਉਹਨੂੰ ਮੈਡੀਕਲ ਜਿਹੜੀ ਇੰਸ਼ੋਰੈਂਸ ਚਾਹੀਦੀ ਆ, ਉਹਦੇ ਵਾਸਤੇ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ। ਇੱਕ ਬੜਾ ਵਧੀਆ ਟੂਲ ਹੈ RESP, ਜਿਹੜਾ ਛੋਟੇ ਬੱਚਿਆਂ ਲਈ ਅਕਾਊਂਟ ਖੋਲ੍ਹਿਆ ਜਾਂਦਾ ਹੈ ਪੜ੍ਹਾਈ ਵਾਸਤੇ, ਉਚੇਰੀ ਪੜ੍ਹਾਈ ਵਾਸਤੇ। ਉਹ $25 ਤੋਂ ਅਕਾਊਂਟ ਖੁੱਲ੍ਹ ਜਾਂਦਾ ਹੈ। ਵੈਸੇ ਸਾਨੂੰ ਸਰਕਾਰ ਜੋ ਕੈਨੇਡਾ ਦੀ ਹੈ ਮਹੀਨੇ ਦੇ ਮਹੀਨੇ ਬੱਚਿਆਂ ਦੇ ਬੈਨੀਫਿਟ ਦਿੰਦੇ ਆ। ਅਸੀਂ ਜੇ ਉੱਧਰ ਪਾਈ ਜਾਈਏ ਤਾਂ ਇੰਨੇ ਕੁ ਪੈਸੇ ਜਮ੍ਹਾਂ ਹੋ ਜਾਂਦੇ ਨੇ ਜਦੋਂ ਬੱਚੇ ਨੇ ਯੂਨੀਵਰਸਿਟੀ ਜਾਣਾ ਹੁੰਦਾ ਕਿ ਉਹਦੇ ਵਿੱਚ 9200 ਤੱਕ ਦੀ ਗ੍ਰਾਂਟ ਜਿਹੜੀ ਆ ਉਹ ਸਰਕਾਰ ਪਾ ਦਿੰਦੀ ਆ। ਇਹਦੇ ਉੱਤੇ ਵਿਆਜ ਕਾਫੀ ਸਾਰਾ ਪੈ ਜਾਂਦਾ ਅਤੇ ਨਾਲ ਦੀ ਨਾਲ ਕੰਪਨੀ ਜਿਹੜੀ ਹੈ ਜਿਹਨੇ ਇਹਦਾ ਅਕਾਊਂਟ ਖੋਲ੍ਹਿਆ ਹੁੰਦਾ 15% ਉਹ ਆਪਣੇ ਕੋਲੋਂ ਪਾ ਦਿੰਦੀ ਆ ਅਤੇ ਤੁਹਾਡੇ ਪੈਸੇ ਸੋਹਣੇ ਬਣ ਜਾਂਦੇ ਨੇ। ਜਦੋਂ ਬੱਚੇ ਨੇ ਸਕੂਲ 'ਚ ਜਾਣਾ ਸਾਰਾ ਖਰਚਾ ਚੁੱਕ ਲੈਂਦਾ, ਵਰਨਾ ਬਹੁਤ ਸਾਰੇ ਪੈਸੇ ਜਿਹੜੇ ਨੇ ਕਰਜ਼ਾ ਚੁੱਕਣਾ ਪੈਂਦਾ ਆ, ਉਹ ਸੈਪ ਲੈਣਾ ਪੈਂਦਾ ਆ। ਔਰ ਇਹ ਐਡਾ ਵਧੀਆ ਪਲਾਨ ਆ ਕਿ
ਸਿਰਫ 3 ਹਫ਼ਤੇ ਦਾ ਕੋਰਸ ਤੁਸੀਂ ਤੁਹਾਡਾ ਬੱਚਾ ਜਦੋਂ ਕਿਤੇ ਕਰ ਲਵੇ ਜਾਇਨ ਤਾਂ ਸਾਰੇ ਦੇ ਸਾਰੇ ਪੈਸੇ ਤੁਸੀਂ ਕਢਵਾ ਸਕਦੇ ਹੋ। ਇਹ ਨਹੀਂ ਕਿ ਸਾਰੇ ਪੈਸੇ ਪੂਰੀ ਪੜ੍ਹਾਈ ਕਰੇਗਾ ਤਾਂ ਹੀ ਕਢਾਉਣੇ ਪੈਣਗੇ। ਸੋ ਬੜੇ ਵਧੀਆ ਪਲਾਨ ਨੇ। ਮੇਰੇ ਕੋਲ ਕਾਲ ਕਰਿਓ 416 319 0551। ਸੋ ਦੋਸਤੋ, ਖੁਸ਼ੀਆਂ ਮਨਾਓ, ਖੁਸ਼ੀਆਂ ਵੰਡੋ, ਤੋਹਫੇ ਵੰਡੋ, ਪਟਾਕੇ ਚਲਾਓ, ਜੋ ਮਰਜ਼ੀ ਕਰੋ, ਪਰ ਕੋਰੋਨਾ ਵਾਇਰਸ ਦਾ ਖਤਰਾ ਜੇ ਟਲਿਆ ਨਹੀਂ, ਇਹਦਾ ਖਾਸ ਖਿਆਲ ਰੱਖਿਓ। ਜਦ ਕਿਧਰੇ ਤੁਸੀਂ ਗਿਫਟ ਖਰੀਦਦੇ ਹੋ ਜਾਂ ਕਿਸੇ ਨੂੰ ਦਿੰਦੇ ਹੋ ਤਾਂ ਆਪਣੇ ਹੱਥ ਸੈਨੀਟਾਈਜ਼ ਜ਼ਰੂਰ ਕਰਿਆ ਕਰੋ। ਔਰ ਜਦੋਂ ਖੋਲ੍ਹਣਾ ਹੈ ਡੱਬੇ ਨੂੰ, ਬਕਾਇਦਾ ਉਹਦੇ ਨਾਲ ਸਾਵਧਾਨੀ ਵਰਤਣੀ ਹੈ। ਕੋਈ ਕੱਪੜਾ ਜਾਂ ਸੈਨੀਟਾਈਜ਼ ਕਰਕੇ ਹੀ ਯੂਜ਼ ਕਰਨਾ ਹੈ, ਕਿਉਂਕਿ ਗੱਲ ਬਹੁਤ ਦੂਰ ਪੈ ਜਾਂਦੀ ਹੈ। ਘੜੀ ਦਾ ਖੁੰਝਿਆ ਕਹਿੰਦੇ ਨੇ 100 ਕੋਹ 'ਤੇ ਪੈਂਦਾ। ਸੋ ਮੇਰੀ ਬੇਨਤੀ ਹੈ ਕਿ ਬਹੁਤ ਜ਼ਰੂਰੀ ਹੈ ਆਪਣਾ ਖਾਸ ਖਿਆਲ ਰੱਖਣਾ। ਔਰ ਖਾਸ ਕਰਕੇ ਜਦੋਂ ਪਟਾਕੇ ਚਲਾਉਂਦੇ ਹੋ ਤਾਂ ਬੱਚਿਆਂ ਨੂੰ ਨੇੜੇ ਨਹੀਂ ਆਉਣ ਦੇਣਾ ਚਾਹੀਦਾ, ਕਿਉਂਕਿ ਸੇਫਟੀ ਸੇਵਸ ਲਾਈਫਸ। ਸੇਫਟੀ ਹਟੀ, ਦੁਰਘਟਨਾ ਘਟੀ। ਸੋ ਦੋਸਤੋ, ਕਿਸੇ ਵੀ ਕਿਸਮ ਦੀ ਕੋਈ ਸਾਂਝ ਪਾਉਣੀ ਹੋਏ 416 319 0551 ਮੇਰਾ ਨੰਬਰ ਹੈ। ਖੁਸ਼ੀਆਂ ਹਮੇਸ਼ਾ ਵੰਡਿਆਂ ਦੁੱਗਣੀਆਂ ਹੁੰਦੀਆਂ ਨੇ, ਔਰ ਹਮੇਸ਼ਾ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਕੰਮ ਬੜਾ ਔਖਾ ਹੈ। ਤੁਸੀਂ ਜਿੱਥੇ ਵੀ ਰਹਿਣਾ ਹੈ ਆਪਣੀ ਸੇਫਟੀ ਦਾ ਖਾਸ ਖਿਆਲ ਰੱਖਣਾ ਹੈ। ਦੋਸਤੋ, ਅਗਲੇ ਹਫਤੇ ਫੇਰ ਨਵਾਂ ਵਿਕਲਾ ਪ੍ਰੋਗਰਾਮ ਲੈ ਕੇ ਆਵਾਂਗਾ। ਤਦ ਤੱਕ ਲਈ ਦਿਓ ਛੁੱਟੀਆਂ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਮੈਂ ਪਾਗਲ ਨਹੀਂ, ਮੈਂ ਸਿਆਣਾ ਨਹੀਂ। ਮੈਂ ਪਾਗਲ ਨਹੀਂ, ਮੈਂ ਸਿਆਣਾ ਨਹੀਂ। ਇਹਨਾਂ ਵਰਗਾ ਤਾਣਾ ਬਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਮਿੱਟੀ ਹਾਂ, ਮੈਂ ਲੋਹਾ ਹਾਂ, ਇੱਕ ਪਿਓ ਦੀ ਮੈਂ ਮਜ਼ਦੂਰੀ ਹਾਂ ਤੇ ਮਾਂ ਦਾ ਪੱਥਿਆ ਗੋਹਾ ਹਾਂ। ਮੈਂ ਗੈਰਤ, ਦੁੱਖ, ਤੂਫਾਨ ਤੇ ਗਰੀਬੀ ਦਾ ਭਰਿਆ ਟੋਆ ਹਾਂ। ਮੈਂ ਭਗਤ ਸਿੰਘ ਦਾ ਨਾਰਾ ਹਾਂ, ਕਿਸੇ ਬੇਤੱਥੇ ਦਾ ਗਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਪੰਡ ਹਾਂ ਕੱਖਾਂ ਵਾਲੀ ਦੀ, ਮੈਂ ਪੰਡ ਹਾਂ ਕੱਖਾਂ ਵਾਲੀ ਦੀ। ਮੈਂ ਕਿਸੇ ਚੋਰ ਦੀ ਗੰਢ ਨਹੀਂ। ਮੈਂ ਨੰਗਾ ਸੜਕ ਸਰਾਣੇ ਸੌ ਰਿਹਾ, ਜਿਹਨੂੰ ਲੱਗਦੀ ਗਰਮੀ ਠੰਡ ਨਹੀਂ। ਮੈਂ ਕਣਕਾਂ ਦਾ ਰਾਖਾ ਸੀਰੀ ਹਾਂ, ਜਿਹਦੇ ਲੜਦੀ ਕਾਹਤੋਂ ਕੰਡ ਨਹੀਂ। ਇਹਦਾ ਕਾਰਨ ਸ਼ਾਸਕ ਇੱਥੋਂ ਦੇ ਕੋਈ ਪਾਕ ਹਿੰਦ ਦੀ ਵੰਡ ਨਹੀਂ। ਹੁਣ ਪਊ ਦਰਦਾਂ ਨੂੰ ਮਾਰਨਾ, ਜਿਨ੍ਹਾਂ ਨੂੰ ਕਿਸੇ ਵੰਡਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਭਾਰਤੀ ਇੱਕ ਗੁਲਾਮ ਹਾਂ। ਇਹ ਕਹਿੰਦੇ ਨਾ ਭਾਰਤ ਮਹਾਨ ਆ ਬਹੁਤ, ਆ ਦਿਖ ਰਿਹਾ ਸਾਨੂੰ। ਮੈਂ ਭਾਰਤੀ ਇੱਕ ਗੁਲਾਮ ਹਾਂ, ਮੈਂ ਭਾਰਤੀ ਕੋਈ ਮਹਾਨ ਨਹੀਂ। ਮੈਂ ਉਜਾੜਿਆ ਜਾ ਰਿਹਾ ਵਤਨ ਵਿੱਚ, ਕਿਉਂ ਮੇਰੀ ਕੋਈ ਪਹਿਚਾਣ ਨਹੀਂ। ਮੇਰੇ ਰਾਜੇ ਬਣ ਗਏ ਭੇੜੀਏ ਤੇ ਪੁਲਿਸ ਵੀ ਘੱਟ ਹੈਵਾਨ ਨਹੀਂ। ਮੈਂ ਸੱਚ ਦਾ ਸੰਗ ਛੱਡ ਸਕਦਾ ਨਹੀਂ ਤੇ ਝੂਠ ਦੇ ਨੇੜੇ ਜਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਕਿਰਤੀ ਜੋ ਲੁੱਟਿਆ ਜਾ ਰਿਹਾ, ਮੈਂ ਕਿਰਤੀ ਜੋ ਲੁੱਟਿਆ ਜਾ ਰਿਹਾ। ਮੈਂ ਕਿਸਾਨ ਜੋ ਲੁੱਟਿਆ ਜਾ ਰਿਹਾ। ਮੈਂ ਸ਼ਿਕਾਰ ਇਹਨਾਂ ਸਰਕਾਰਾਂ ਦਾ, ਜਿਨ੍ਹਾਂ ਦੀ ਆਜ਼ਾਦੀ ਤੇ ਪੰਜਰੇ ਮੈਂ ਹੌਂਕਾ ਉਹਨਾਂ ਨਾਰਾਂ ਦਾ। ਮੈਂ ਪੁੱਤਰ ਦਿਹਾੜੀਦਾਰ ਦਾ ਹਾਂ, ਸੀਰੀ ਪਾਲੀ ਮੈਂ ਸਰਦਾਰਾਂ ਦਾ, ਜਿਹਨੂੰ ਕਰਕੇ ਪੂਰੀ ਕਮਾਈ ਵੀ ਜੁੜਦਾ ਦੋ ਡੰਗ ਦਾ ਖਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਜਾਤ ਧਰਮ ਦੇ ਨਾਂ ਤੇ ਲੜਾ ਦੇਣਾ, ਜਾਤ ਧਰਮ ਦੇ ਨਾਂ ਤੇ ਲੜਾ ਦੇਣਾ, ਇਹ ਸਰਕਾਰਾਂ ਦੀਆਂ ਹੀ ਖੇਲਾਂ ਨੇ। ਇੱਥੇ ਲਾਠੀ ਚਾਰਜ ਹੱਕ ਲਈ ਲੜਦਿਆਂ ਤੇ ਝੂਠੇ ਪਰਚੇ ਤੇ ਫਿਰ ਜੇਲਾਂ ਨੇ। ਇੱਥੇ ਬੇਰੁਜ਼ਗਾਰਾਂ ਲਈ ਟੈਂਕੀਆਂ ਨੇ ਜਾਂ ਲੀਹ ਤੇ ਪੈਣ ਲਈ ਰੇਲਾਂ ਨੇ। ਉਹ ਜੋ ਦੇਸ਼ ਨੂੰ ਲੁੱਟ ਕੇ ਖਾ ਰਹੇ, ਕਿਉਂ ਉਹਨਾਂ ਲਈ ਕੋਈ ਥਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਸਾਡਾ ਮਕਸਦ, ਮੇਰਾ ਮਕਸਦ ਹੱਕ ਲਈ ਲੜਨਾ ਹੈ। ਮੇਰਾ ਮਕਸਦ ਹੱਕ ਲਈ ਲੜਨਾ ਹੈ। ਜੜ ਜ਼ੁਲਮ ਦੀ ਪੁੱਟਣਾ ਚਾਹੁੰਦਾ ਹਾਂ। ਮੈਂ ਝੰਡਾ ਮਿਹਨਤੀ ਖੂਨ ਦਾ ਲਾਲ ਕਿਲੇ ਤੇ ਉੱਡਣਾ ਚਾਹੁੰਦਾ ਹਾਂ। ਜੋ ਕ੍ਰਾਂਤੀਆਂ ਸ਼ੁਰੂ ਲਲਕਾਰ ਤੋਂ ਉਹਨਾਂ ਵਿੱਚ ਰੁੱਝਣਾ ਚਾਹੁੰਦਾ ਹਾਂ। ਬਣਨਾ ਪਊ ਅੰਗਿਆਰਾ ਲੋੜ ਲਈ, ਬਣ ਬੁਜ਼ਦਿਲ ਮੈਂ ਡਰ ਜਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਮੈਂ ਸੋਚ ਸਮਝ ਕੇ ਤੁਰਦਾ ਹਾਂ ਕਿ ਬੇਮਕਸਦ ਮਰ ਜਾਣਾ ਨਹੀਂ। ਅੱਗੇ ਸਾਡੇ ਗੀਤ ਕਿਹੋ ਜਿਹੇ ਹੋਣੇ ਚਾਹੀਦੇ ਨੇ? ਜੇ ਇਹ ਜਿਹੜੇ ਲੱਚਰਤਾ ਫੈਲਾਉਂਦੇ ਗਾਇਕ ਨੇ, ਜੇ ਅਸੀਂ ਲਿਖਦੇ ਰਹੇ ਤਾਂ ਸਾਡੇ ਵਰਗੇ ਲੋਕਾਂ ਨੂੰ ਕਲਮ ਚੱਕਣੀ ਪਊ। ਤੇ ਸਾਡੇ ਗੀਤ ਕਿਹੋ ਜਿਹੇ ਹੋਣਗੇ? ਉਹ ਤਾਂ ਮੇਰੀ ਰਚਨਾ ਹੈ ਕਿ ਆਪ ਲਿਖਾਂਗੇ ਆਪ ਗਾਵਾਂਗੇ। ਜੇ ਤੁਸੀਂ ਚੁੱਪ ਨਾ ਹੋਏ ਨਾ, ਫਿਰ ਅਸੀਂ ਆਪ ਲਿਖਾਂਗੇ ਆਪ ਗਾਵਾਂਗੇ। ਗਾਣਾ ਸਿੱਧਾ ਸਾਫ਼ ਗਾਵਾਂਗੇ। ਇਹ ਲੋਕੀ ਮਿਰਜ਼ਾ ਹੀਰ ਨੇ ਗਾਉਂਦੇ, ਅਸੀਂ ਆਪਦੇ ਹਾਲਾਤ ਗਾਵਾਂਗੇ। ਅਸੀਂ ਆਪਦੇ ਮਾਂ-ਬਾਪ ਗਾਵਾਂਗੇ। ਕਿਵੇਂ ਕੋਈ ਵਿਧਵਾ ਆਪ ਸੰਭਾਲੇ, ਕਿਵੇਂ ਕੋਈ ਕਾਮਾ ਟੱਬਰ ਪਾਲੇ,
ਕਿਵੇਂ ਕੋਈ ਵਿਧਵਾ ਆਪ ਸੰਭਾਲੇ, ਕਿਵੇਂ ਕੋਈ ਕਾਮਾ ਟੱਬਰ ਪਾਲੇ, ਕਿਵੇਂ ਮਜ਼ਦੂਰ ਕੋਈ ਪੁੱਤ ਧੀ ਵਿਆਹੁੰਦਾ, ਕਿਵੇਂ ਅਨਾਥ ਹੈ ਜ਼ਿੰਦਗੀ ਜਿਉਂਦਾ। ਇਹ ਸਭ ਦਾ ਬਿਰਲਾਪ ਗਾਵਾਂਗੇ, ਆਪ ਲਿਖਾਂਗੇ ਆਪ ਗਾਵਾਂਗੇ, ਗਾਣਾ ਸਿੱਧਾ ਸਾਫ਼ ਗਾਵਾਂਗੇ। ਆ ਲੋਕੀ ਮਿਰਜ਼ਾ ਹੀਰ ਨੇ ਗਾਉਂਦੇ, ਅਸੀਂ ਆਪਦੇ ਹਾਲਾਤ ਗਾਵਾਂਗੇ, ਅਸੀਂ ਆਪਦੇ ਮਾਂ-ਬਾਪ ਗਾਵਾਂਗੇ। ਪੜ੍ਹ ਲਿਖ ਕੇ ਦੱਸੋ ਕਿ ਖੱਟਿਆ ਦਾਜ ਪ੍ਰਥਾ ਤੇ ਭਰੂਣ ਹੱਤਿਆ, ਭੁੱਖਮਰੀ ਤੇ ਬੇਰੁਜ਼ਗਾਰੀ, ਤਾਨਾਸ਼ਾਹੀ ਅੱਜ ਸਰਕਾਰੀ, ਹਰ ਇੱਕ ਬੁਰਾਈ ਖਿਲਾਫ ਗਾਵਾਂਗੇ, ਆਪ ਲਿਖਾਂਗੇ ਆਪ ਗਾਵਾਂਗੇ, ਗਾਣਾ ਸਿੱਧਾ ਸਾਫ਼ ਗਾਵਾਂਗੇ। ਰੱਬ ਨਾ ਧਰਤੀ ਉੱਪਰ ਜਾਪੇ, ਲਾਚਾਰ ਬਿਮਾਰ ਤੇ ਬੁੱਢੇ ਮਾਪੇ। ਆ ਰੱਬ ਨਾ ਧਰਤੀ ਉੱਪਰ ਜਾਪੇ, ਲਾਚਾਰ ਬਿਮਾਰ ਤੇ ਬੁੱਢੇ ਮਾਪੇ। 200 ਰੁਪਈਆ ਦਿਹਾੜੀ ਜਿਹਦੀ, ਭੁੱਖੇ ਸੌਂਦੇ ਬੱਚੇ ਬੀਬੀ, ਉਹ ਕਿਵੇਂ ਪਾਲੂਗਾ ਜਵਾਕ ਗਾਵਾਂਗੇ, ਆਪ ਲਿਖਾਂਗੇ ਆਪ ਗਾਵਾਂਗੇ, ਗਾਣਾ ਸਿੱਧਾ ਸਾਫ਼ ਗਾਵਾਂਗੇ। ਆ ਲੋਕੀ ਮਿਰਜ਼ਾ ਹੀਰ ਨੇ ਗਾਉਂਦੇ, ਅਸੀਂ ਆਪਦੇ ਹਾਲਾਤ ਗਾਵਾਂਗੇ, ਅਸੀਂ ਆਪਦੇ ਮਾਂ-ਬਾਪ ਗਾਵਾਂਗੇ। ਨੌਜਵਾਨ ਅੱਖ ਤੇਰੀ ਵੀ ਰੋਈ, ਨੌਜਵਾਨ ਅੱਖ ਤੇਰੀ ਵੀ ਰੋਈ, ਨੌਕਰੀ ਤੈਨੂੰ ਮਿਲੀ ਨਹੀਂ ਕੋਈ। ਆ ਤੂੰ ਕਿਹੜੀ ਕਮਾਈ ਕਰਤੀ, MBA ਕਰਕੇ MA ਭਰਤੀ। ਓਏ ਰੌਲਾ ਪਊਗਾ ਚਾਰ ਚਪੇਰੇ, ਇਹ ਨਹੀਂ ਕਿ ਚੁੱਪਚਾਪ ਗਾਵਾਂਗੇ, ਆਪ ਲਿਖਾਂਗੇ ਆਪ ਗਾਵਾਂਗੇ, ਗਾਣਾ ਸਿੱਧਾ ਸਾਫ਼ ਗਾਵਾਂਗੇ। ਆ ਲੋਕੀ ਮਿਰਜ਼ਾ ਹੀਰ ਨੇ ਗਾਉਂਦੇ, ਅਸੀਂ ਆਪਦੇ ਹਾਲਾਤ ਗਾਵਾਂਗੇ, ਅਸੀਂ ਆਪਦੇ ਮਾਂ-ਬਾਪ ਗਾਵਾਂਗੇ। ਧੰਨਵਾਦ ਸਾਥੀਓ।